ਵਾਹਿਗੁਰੂ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵਉ, ਹਿਰਦੈ ਨਿਤ ਧਿਆਵਉ। ਸ੍ਰੀ ਗੁਰੂ ਰਾਮਦਾਸ ਗੁਣ ਗਾਵਉ। ਗੁਰੂ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰ ਗੋਬਿੰਦ ਸੁਭ ਮਤ ਪ੍ਰਕਾਸਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰੰਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨੁਖ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨ ਪਰ ਤਾਰ। ਏਕ ਓੰਕਾਰ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸਤਨਾਮ ਵਾਹਿਗੁਰੂ ਸਾਹਿਬ ਜੀ ਦੋਹਰਾ। ਇੱਕ ਦਿਨ ਪਾਰੋ ਨੇ ਕਰੀ ਗੁਰ ਆਗੇ ਅਰਦਾਸ। ਪ੍ਰਥਕ ਪ੍ਰਥਕ ਸਿੱਖ ਸੰਗਤਾਂ, ਆਵਤ ਹੈ ਤੁਮ ਪਾਸ। ਇੱਕ ਦਿਨ ਪਾਰੋ ਨੇ ਕਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਪਤਿਤ ਪਾਵਨ, ਭਗਤ ਵਛਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਮਹਾਨ ਬਖਸ਼ੰਦ ਨੇ, ਮਹਾਨ ਸਮਰੱਥ ਹਨ, ਮਹਾਨ ਪਰਉਪਕਾਰੀ ਹਨ, ਜਿਨ੍ਹਾਂ ਸਤਿਗੁਰਾਂ ਨੇ ਮਹਾਨ ਬਖਸ਼ਿਸ਼ਾਂ ਕੀਤੀਆਂ ਹਨ। ਸਤਿਗੁਰਾਂ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਪੜ੍ਹ ਕੇ ਸੁਣ ਕੇ ਸਾਨੂੰ ਸਤਿਗੁਰਾਂ ਦੀ ਮਹਾਨਤਾ ਦਾ, ਸਮਰੱਥਾ ਦਾ ਪਤਾ ਲੱਗਦਾ ਹੈ ਕਿ ਮੇਰਾ ਸਤਿਗੁਰੂ ਪਾਤਸ਼ਾਹ ਜੀ ਕਿੱਡਾ ਕੁ ਵੱਡਾ ਸਮਰੱਥ ਹੈ ਔਰ ਕੀ ਕੁਛ ਕਰ ਸਕਦਾ ਹੈ ਮੇਰਾ ਦਾਤਾ। ਤੇ ਮੇਰੇ ਗਰੀਬ ਨਵਾਜ ਸ਼ਹਿਨਸ਼ਾਹ ਪਿਤਾ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਸਾਹਿਬ ਅਮਰਦਾਸ ਸਤਿਗੁਰੂ ਪਾਤਸ਼ਾਹ ਸ੍ਰੀ ਗੋਇੰਦਵਾਲ ਸਾਹਿਬ ਜੀ ਵਿਖੇ ਆਪ ਜੀ ਰਾਤ ਦੇ ਸਮੇਂ ਆਸਣ ਤੇ ਬਿਰਾਜਮਾਨ ਹੋਏ ਨੇ, ਪਰ ਨਗਰੀ ਦੇ ਵਿੱਚੋਂ ਚੀਕਾਂ ਦੀ ਆਵਾਜ਼ ਸੁਣੀ, ਮੇਰੇ ਸਤਿਗੁਰਾਂ ਦੀ ਅੱਖ ਖੁੱਲ ਗਈ ਹੈ। ਹਜੂਰ ਜੀ ਨੇ ਹਜੂਰੀ ਸੇਵਕ ਭਾਈ ਬੱਲੂ ਜੀ ਨੂੰ ਹੁਕਮ ਕੀਤਾ ਵੀ ਕੌਣ ਇਸ ਵੇਲੇ ਪਰੇਸ਼ਾਨ ਹੈ ਇਸ ਨਗਰੀ ਦੇ ਅੰਦਰ। ਤੇ ਉਸ ਨੇ ਕਿਹਾ ਮਹਾਰਾਜ ਆਵਾਜ਼ ਏਦਾਂ ਸੁਣਦੀ ਆ, ਕੋਈ ਪੁੱਤਰ ਪੁੱਤਰ ਕਹਿ ਕੇ ਕੋਈ ਮਾਈ ਲੱਗਦੀ ਹੈ, ਉਹ ਰੋ ਰਹੀ ਹੈ। ਹਜੂਰ ਕਹਿੰਦੇ ਪਤਾ ਕਰੋ ਕੀ ਗੱਲ ਹੈ। ਜਦੋਂ ਪੁੱਛਿਆ ਜਾ ਕੇ ਤੇ ਮਾਤਾ ਨੇ ਦੱਸਿਆ ਕਿ ਮੇਰੇ ਬਾਲਕ ਨੂੰ ਤਈਆ ਤਾਪ ਚੜ੍ਹਦਾ ਸੀ, ਉਹਦੇ ਨਾਲ ਸਰੀਰ ਕਮਜ਼ੋਰ ਹੋ ਕਰਕੇ ਅੱਜ ਚੜ੍ਹਾਈ ਕਰ ਗਿਆ ਹੈ, ਔਰ ਮੈਂ ਵਿਧਵਾ ਹਾਂ,
ਮੇਰਾ ਇਹੋ ਹੀ ਆਸਰਾ ਸੀ, ਤੇ ਹੁਣ ਮੈਂ ਡਾਵਾਂਡੋਲ ਹੋ ਕਰਕੇ ਇਉਂ ਤਰਲਾ ਲੈ ਰਹੀ ਹਾਂ। ਭਾਈ ਸਾਹਿਬ ਨੇ ਆਣ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਵੀ ਇਸ ਤਰ੍ਹਾਂ ਦੇ ਨਾਲ ਮਾਤਾ ਨੇ ਦੱਸਿਆ। ਸਤਿਗੁਰਾਂ ਨੇ ਸੁਣ ਕਰਕੇ ਬਚਨ ਕੀਤਾ ਕਿ ਜਾ ਉਸ ਮਾਤਾ ਨੂੰ ਕਹੋ ਤੇਰਾ ਪੁੱਤਰ ਸਵੇਰੇ ਜਿਉਂਦਾ ਹੋ ਜਾਊਗਾ। ਹੁਣ ਇਸ ਤਰੀਕੇ ਦੇ ਨਾਲ ਆਰਾਮ ਨਾਲ ਟਿਕ ਜਾਵੇ ਤੇ ਸਵੇਰੇ ਆਪਣੇ ਬੱਚੇ ਨੂੰ ਲੈ ਆਵੇ, ਮੇਰਾ ਮਾਲਕ ਕਿਰਪਾ ਕਰੂਗਾ, ਜਿਉਂਦਾ ਕਰ ਦੂਗਾ। ਇਉਂ ਸਤਿਗੁਰਾਂ ਨੇ ਬਚਨ ਕਰ ਦਿੱਤਾ। ਮਾਤਾ ਸ਼ਾਂਤ ਹੋ ਗਈ, ਹਜੂਰ ਵਿਸ਼ਰਾਮ ਕੀਤਾ। ਸਵੇਰ ਹੋਈ ਹੈ, ਸਤਿਗੁਰਾਂ ਦੇ ਚਰਨਾਂ ਵਿੱਚ ਲਿਆ ਕੇ ਆਪਣੇ ਪੁੱਤਰ ਨੂੰ ਟਿਕਾਇਆ। ਜਿਸ ਵੇਲੇ ਮੇਰੇ ਸਤਿਗੁਰਾਂ ਦੇ ਚਰਨਾਂ ਨੂੰ ਸ਼ੀਸ਼ ਸੁਹਾਇਆ, ਗੁਰੂ ਦੀ ਬਰਕਤ ਦੇ ਨਾਲ ਇਹ ਬੱਚਾ ਜਿਉਂਦਾ ਹੋ ਕੇ ਬਹਿ ਗਿਆ। ਜਦੋਂ ਸਤਿਗੁਰਾਂ ਨੇ ਇਸ ਮਾਤਾ ਨੂੰ ਤਾਂ ਖੁਸ਼ੀ ਬਖਸ਼ ਦਿੱਤੀ, ਪਰ ਹਜੂਰ ਪਾਤਸ਼ਾਹ ਜੀ ਨੇ ਨਾਰਾਜ਼ ਕੀਤੀ। ਫਿਰ ਤਈਆ ਤਾਪ ਤੇ ਨਾਰਾਜ਼ਗੀ ਕੀਤੀ ਹੈ। ਤਈਏ ਤਾਪ ਨੂੰ ਬੁਲਾਇਆ ਵੀ ਤੂੰ ਇੱਧਰ ਆ। ਤੋ ਤਈਆ ਤਾਪ ਜਿਹੜਾ ਸੀ ਰੂਪ ਧਾਰ ਕਰਕੇ ਸੋ ਬਾਲਕ ਦਾ ਤੇ ਆਇਆ ਮਹਾਰਾਜ ਦੇ ਚਰਨਾਂ ਵਿੱਚ। ਤੋ ਅੱਜ ਤੱਕ ਜਿਹੜੇ ਇਹ ਸਰੀਰ ਦੇ ਰੋਗ ਨੇ, ਇਹ ਕੁਛ ਤਾਂ ਜਿਹੜੇ ਸਰੀਰ ਦੇ ਵੈਬ ਵਿਗੜ ਜਾਂਦੇ ਆ, ਬਾਏ ਪਿੱਤ ਕਫ ਆਦਿਕ ਤੇ ਖੂਨ ਦਾ ਵਿਗਾੜ, ਇਹਦੇ ਨਾਲ ਰੋਗ ਕੁਛ ਮੰਨੇ ਜਾਂਦੇ। ਜੋ ਨਵੀਂ ਥਿਊਰੀ ਹੈ ਇਸ ਪ੍ਰਕਾਰ ਐਲੋਪੈਥੀ ਦੇ ਵਿੱਚ ਹਰੇਕ ਬਿਮਾਰੀ ਦੇ ਬੈਕਟੀਰੀਆ ਜਿਹੜੇ ਨੇ, ਜਰਮ ਜਿਹੜੇ ਹਨ ਉਹ ਮੰਨੇ ਜਾਂਦੇ ਨੇ। ਕੋਈ ਜਰਮਾਂ ਤੋਂ, ਕੋਈ ਹਵਾ ਦੀ ਛੂਤ ਤੋਂ, ਇਸ ਤਰ੍ਹਾਂ ਨਾਲ ਰੋਗਾਂ ਨੂੰ ਮੰਨਿਆ ਜਾਂਦਾ ਹੈ। ਔਰ ਪੁਰਾਤਨ ਸਮੇਂ ਵਿੱਚ ਸਾਡੇ ਹਿੰਦੀ ਗ੍ਰੰਥਾਂ ਦੇ ਅੰਦਰ ਐਸਾ ਇਹ ਮੰਨਿਆ ਗਿਆ ਹੈ, ਹੋ ਸਕਦਾ ਕਿ ਅੱਗੇ ਐਸੀ ਖੋਜ ਵੀ ਹੋ ਜਾਵੇ ਕਿ ਇਹ ਰੋਗ ਨੇ ਜਿਹੜੇ, ਇਹਨਾਂ ਦੇ ਇਸ ਤਰੀਕੇ ਦੇ ਨਾਲ ਕੋਈ ਜਿਹੜੇ ਨੇ ਸੂਖਮ ਰੂਪ ਹਨ। ਮੇਰੇ ਸਤਿਗੁਰਾਂ ਨੇ ਉਸ ਨੂੰ ਕੈਦ ਕੀਤਾ, ਸੰਗਲ ਪਾ ਕਰਕੇ, ਪਿੰਜਰੇ 'ਚ ਪਾ ਕਰਕੇ ਬੰਨ੍ਹ ਕੇ ਹਜੂਰ ਨੇ ਆਪਣੇ ਪੌੜੀਆਂ ਦੇ ਵਿੱਚ ਉਸ ਨੂੰ ਰੱਖ ਦਿੱਤਾ। ਇਹ ਹੁਣ ਤਈਆ ਤਾਪ ਜਿਹੜਾ ਹੈ ਗੁਰੂ ਸਾਹਿਬ ਨੇ ਬੰਨ੍ਹ ਦਿੱਤਾ ਤੇ ਤਾੜਨਾ ਕੀਤੀ ਵੀ ਜਦੋਂ ਅਸੀਂ ਇੱਥੇ ਪਰਣ ਕੀਤਾ ਹੋਇਆ ਹੈ ਕਿ ਸਾਡੀ ਨਗਰੀ ਵਿੱਚ ਕਿਸੇ ਮਾਤਾ ਪਿਤਾ ਦੇ ਸਾਹਮਣੇ ਕੋਈ ਬੱਚਾ ਚੜ੍ਹਾਈ ਨਹੀਂ ਕਰੂ, ਕਿਸੇ ਦੇ ਮੂੰਹ 'ਚੋਂ ਇਹ ਆਵਾਜ਼ ਨਹੀਂ ਹਾਏ ਪੁੱਤਾ ਕਹਿ ਕਰਕੇ ਕੋਈ ਰੋਏਗਾ ਨਹੀਂ। ਇਸ ਵਾਸਤੇ ਤੇ ਤੂੰ ਕਿਉਂ ਆਣ ਕਰਕੇ ਇਸ ਆਗਿਆ ਨੂੰ ਭੰਗ ਕੀਤਾ ਤੇ ਕਿਉਂ ਵੜਿਆ ਸਾਡੀ ਨਗਰੀ ਦੇ ਵਿੱਚ? ਇਹ ਸਜ਼ਾ ਦਿੱਤੀ ਉਸ ਨੂੰ ਕੈਦ ਕਰਕੇ। ਇਹ ਹੁਣ ਬਾਲਕ ਰੂਪ ਹੈ, ਸੋ ਭੁੱਖਾ ਧਿਆਇਆ ਬੈਠਾ ਹੈ। ਤੋ ਸੰਗਤਾਂ ਆਉਂਦੀਆਂ ਜਾਂਦੀਆਂ ਨੇ, ਇਹ ਸਾਰਿਆਂ ਦੀਆਂ ਮਿੰਨਤਾਂ ਕਰਦਾ ਹੈ, ਪਰ ਕੋਈ ਨਹੀਂ ਸੁਣਦਾ, ਕਿਉਂਕਿ ਮਹਾਰਾਜ ਦਾ ਹੁਕਮ ਨਹੀਂ ਹੈ। ਜਿਹੜੇ ਰੋਜ਼ ਦੇ ਨੇੜੇ ਸੇਵਕ ਹਨ ਉਹਨਾਂ ਨੂੰ ਤਾਂ ਪਤਾ ਹੀ ਹੈ ਵੀ ਐਸੀ ਬਲਾ ਮਹਾਰਾਜ ਸੱਚੇ ਪਾਤਸ਼ਾਹ ਨੇ ਬੰਨੀ ਹੋਈ ਹੈ, ਦੁਖਦਾਈ ਹੈ। ਇੱਕ ਦਿਨ ਡੱਲੇ ਨਿਵਾਸੀ ਸੰਗਤ ਜਿਹੜੀ ਹੈ, ਸੋ ਮੁਖੀ ਸੇਵਕ ਜਿਹੜੇ ਸਨ ਉਹ ਚੱਲ ਕੇ ਆਏ ਦਰਸ਼ਨਾਂ ਵਾਸਤੇ। 2 ਕੁ ਦਿਨ ਮੇਰੇ ਸਤਿਗੁਰਾਂ ਦੇ ਚਰਨਾਂ 'ਚ ਰਹਿ ਕਰਕੇ ਆਨੰਦ ਮਾਣਿਆ। ਇਸ ਤਈਏ ਤਾਪ ਨੇ ਸੋ ਬਹੁਤ ਤਰਲੇ ਮਾਰੇ, ਉਹਨਾਂ ਨੂੰ ਬੇਨਤੀਆਂ ਕੀਤੀਆਂ ਵੀ ਮੈਂ ਭੁੱਖਾ ਪਿਆਸਾ, ਮੈਂ ਮਰ ਚੱਲਿਆ, ਮੈਨੂੰ ਬਚਾਓ। ਤੇ ਗੁਰੂ ਸਾਹਿਬ ਨੂੰ ਬੇਨਤੀ ਕਰਕੇ ਮੈਨੂੰ ਛਡਾਓ ਇਸ ਕੈਦ ਵਿੱਚੋਂ। ਭਾਈ ਲਾਲੋ ਜੀ ਦਇਆਵਾਨ ਮਨ ਸੀ, ਗੁਰੂ ਸਾਹਿਬ ਦੀ ਕੋਈ ਪ੍ਰੇਰਨਾ ਸਮਝੋ ਕਿ ਇਸ ਨੇ ਤਰਸ ਕੀਤਾ ਤੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਵੀ ਇਹ ਬੱਚਾ ਵਿਚਾਰਾ ਇੰਨਾ ਦੁਖੀ ਹੈ ਤੇ ਕਿਰਪਾ ਕਰੋ ਇਸ ਨੂੰ ਛੱਡੋ। ਗਰੀਬ ਨਵਾਜ ਕਹਿੰਦੇ ਭਾਈ ਇੱਦਾਂ ਹੈ, ਇਹ ਭੈੜੀ ਬਲਾ ਹੈ ਤੇ ਜੇ ਤੂੰ ਚਾਹੁੰਦਾ ਹੈ ਤੇ ਇਸ ਨੂੰ ਫਿਰ ਨਾਲ ਲੈ ਜਾ। ਮਹਾਰਾਜ ਦਾ ਹੁਕਮ ਮੰਨ ਕਰਕੇ ਇਸ ਬੱਚੇ ਨੂੰ ਨਾਲ ਲਿਆ। ਤੁਰੇ ਜਾਂਦੇ ਹਨ ਆਪਣੀ ਨਗਰੀ ਨੂੰ। ਜਦੋਂ ਤੁਰਦਿਆਂ ਤੁਰਦਿਆਂ ਰਸਤੇ ਦੇ ਵਿੱਚ ਸੋ ਸਮਝ ਲਓ ਜਲ ਦਾ ਸਰੋਤ ਸੀ, ਕੋਈ ਤਲਾਅ ਆਦਿਕ, ਧੋਬੀ ਕੱਪੜੇ ਧੋਂਦਾ ਸੀ, ਉੱਥੇ ਖੜੋ ਗਿਆ, ਆਕੜ ਗਿਆ, ਕਹਿੰਦਾ ਜੀ ਮੇਰੇ ਕੋਲੋਂ ਤੁਰਿਆ ਨਹੀਂ ਜਾਂਦਾ, ਮੈਂ ਤੇ ਭੁੱਖ ਪਿਆਸ ਦਾ ਮਾਰਿਆ ਹੈ, ਇਸ ਵਾਸਤੇ ਮੈਂ ਤੁਰ ਨਹੀਂ ਸਕਦਾ। ਭਾਈ ਸਾਹਿਬ ਕਹਿਣ ਲੱਗੇ ਕੋਈ ਨਹੀਂ, ਹੌਲੀ ਹੌਲੀ ਤੁਰ ਲੈ, ਅਸੀਂ ਤੇ ਨਾਲ ਚੱਲਦੇ, ਅੱਗੇ ਨਗਰ ਆਪਣਾ ਨੇੜੇ ਹੈ, ਜਾ ਕੇ ਤੈਨੂੰ ਸੋ ਪ੍ਰਸ਼ਾਦਾ ਪਾਣੀ ਜੋ ਤੂੰ ਚਾਹੇਗਾ, ਦੁੱਧ ਪਾਣੀ ਪਿਆਵਾਂਗੇ ਤੈਨੂੰ ਤੇ ਤੇਰੀ ਖੁਰਾਕ ਪੂਰੀ ਕਰਾ। ਕਹਿੰਦਾ ਨਹੀਂ ਜੀ ਮੇਰੀ ਖੁਰਾਕ ਇੱਥੇ ਹੀ ਹੈ, ਇਸ ਵਾਸਤੇ ਤੁਸੀਂ ਮੈਨੂੰ ਆਗਿਆ ਦਿਓ, ਤੁਹਾਡਾ ਹੁਕਮ ਦਾ ਬੱਧਾ ਹਾਂ ਤੇ ਮੈਂ ਛੇਤੀ ਹੀ ਆ ਜਾਣਾ। ਕਹਿੰਦੇ ਚਲੋ ਅਸੀਂ 2 ਘੜੀਆਂ ਬੈਠ ਜਾਂਦੇ, ਜਾ ਭਾਈ ਤੂੰ ਆਪਣਾ ਖਾਣਾ ਖਾ ਲੈ। ਇਹ ਜਾ ਕੇ ਧੋਬੀ ਨੂੰ ਚੜਿਆ, ਕੱਪੜੇ ਨਿਚੋੜਦਾ ਸੀ। ਜਿਸ ਤਰ੍ਹਾਂ ਕੱਪੜੇ 'ਚੋਂ ਪਾਣੀ ਨਿਚੋੜਦਾ ਸੀ, ਇਵੇਂ ਉਹਦੇ ਸਰੀਰ ਦੇ ਵਿੱਚੋਂ ਖੂਨ ਨਿਚੋੜਿਆ। ਇੱਕ ਸੋ ਠੀਕਰਾ ਲੈ ਕਰਕੇ ਇਸ ਪ੍ਰਕਾਰ ਘੜਾ ਭੰਨ ਕੇ ਠੀਕਰਾ ਲੈ ਕੇ ਖੂਨ ਦਾ ਭਰਿਆ। ਭਾਈ ਲਾਲੂ ਸਾਹਿਬ ਦੇ ਕੋਲ ਆ ਗਿਆ ਤੇ ਆਣ ਕੇ ਖੁਸ਼ ਹੋ ਕੇ ਕਹਿਣ ਲੱਗਾ ਲਓ ਜੀ ਹੁਣ ਮੇਰੀ ਖੁਰਾਕ ਮਿਲ ਗਈ, ਮੈਂ ਤਾਂ ਹੁਣ ਕਹਿੰਦੇ ਨੇ ਹੁਣ ਸੰਤੁਸ਼ਟ ਹੋਵਾਂਗਾ। ਭਾਈ ਸਾਹਿਬ ਦੇ ਸਾਹਮਣੇ ਉਹ ਖੂਨ ਦਾ ਖੱਪਰ ਪੀ ਲਿਆ ਸੀ। ਭਾਈ ਸਾਹਿਬ ਜੀ ਕਹਿਣ ਲੱਗੇ ਤੂੰ ਤੇ ਬੜੀ ਭੈੜੀ ਬਲਾ ਹੈ ਭਾਈ, ਮੈਂ ਤੇ ਤੇਰੇ ਤੇ ਤਰਸ ਕੀਤਾ ਸੀ,
ਤੂੰ ਚੱਲ, ਤੈਨੂੰ ਉੱਥੇ ਗੁਰੂ ਦੇ ਕੋਲ ਹੀ ਮੈਂ ਪਿੰਜਰੇ 'ਚ ਪਾ ਕੇ ਆਵਾਂ, ਅਸੀਂ ਤੈਨੂੰ ਖੂਨ ਕਿੱਥੋਂ ਪਿਆਵਾਂਗੇ ਵੀ ਲੋਕਾਂ ਦਾ। ਉਸ ਨੇ ਬੜਾ ਡਰਿਆ, ਬੇਨਤੀ ਕੀਤੀ ਵੀ ਤੂੰ ਇੱਦਾਂ ਕਰ, ਹੁਣ ਮਹਾਰਾਜ ਦੇ ਕੋਲ ਮੈਨੂੰ ਕੈਦ ਵਿੱਚ ਨਾ ਪਾ, ਤੂੰ ਮੈਨੂੰ ਹੁਣ ਹੁਕਮ ਹੈ, ਤੇਰੇ ਹੁਕਮ ਦਾ ਬੱਧਾ ਹੈ, ਜਿੱਥੇ ਵੀ ਕਿਤੇ ਮੈਂ ਜਾਊਂਗਾ ਇਹ ਤੁਹਾਡਾ ਪ੍ਰਸੰਗ ਜਿੱਥੇ ਸੁਣਾਇਆ ਜਾਊ ਉੱਥੋਂ ਮੈਂ ਛੇਤੀ ਛੱਡ ਕੇ ਚਲਿਆ ਜਾਊ ਕਰੂੰਗਾ, ਤੇ ਇਸ ਤਰੀਕੇ ਦੇ ਨਾਲ ਤੂੰ ਮੈਨੂੰ ਛੱਡ ਦੇ। ਇਸ ਤਰ੍ਹਾਂ ਭਾਈ ਲਾਲੋ ਜੀ ਨੇ ਇਸ ਨੂੰ ਛੱਡ ਦਿੱਤਾ, ਇਹ ਬਚਨ ਲੈ ਕੇ ਵੀ ਜਿੱਥੇ ਵੀ ਇਹ ਸਾਖੀ ਸੁਣਾਈ ਜਾਊਗੀ ਉੱਥੇ ਤੂੰ ਟਿਕੇਗਾ ਨਹੀਂ। ਇਸ ਤਰ੍ਹਾਂ ਦੇ ਨਾਲ ਅਸੀਂ ਇਹ ਗੁਰੂ ਪਾਤਸ਼ਾਹ ਮਹਾਰਾਜ ਦਾ ਪ੍ਰਸੰਗ ਸਰਵਣ ਕੀਤਾ ਹੈ। ਜਿਸ ਤਰ੍ਹਾਂ ਹੁਣ ਇਸ ਤੋਂ ਅੱਗੇ ਸੋ ਕਵੀ ਜੀ ਮੇਰੇ ਸਤਿਗੁਰਾਂ ਦੇ ਕੌਤਕ ਜਿਹੜੇ ਹਨ ਇਤਿਹਾਸ ਵਿੱਚ ਦਰਜ ਕਰ ਰਹੇ ਨੇ। ਪਿਆਰ ਪੂਰਵਕ ਸਰਵਣ ਕਰੀਏ, ਗੁਰੂ ਚਰਨਾਂ 'ਚ ਮਨ ਜੋੜੀਏ, ਮੁਖ ਨੂੰ ਪਵਿੱਤਰ ਕਰਦੇ ਹੋਏ ਉਚਾਰਨ ਕਰੀਏ, ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ। ਇੱਕ ਦਿਨ ਪਾਰੋ ਨੇ ਕਰੀ ਗੁਰ ਆਗੇ ਅਰਦਾਸ। ਇੱਕ ਦਿਨ ਭਾਈ ਪਾਰੋ ਜੀ ਨੇ ਸਾਹਿਬ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ। ਪ੍ਰਥਕ ਪ੍ਰਥਕ ਸਿੱਖ ਸੰਗਤਾਂ ਆਵਤ ਹੈ ਤੁਮ ਪਾਸ। ਇਹ ਮੇਰੇ ਸਤਿਗੁਰੂ ਜੀ, ਸੋ ਵੱਖਰੇ ਵੱਖਰੇ ਥਾਵਾਂ ਤੋਂ ਜਥੇ ਬਣਾ ਬਣਾ ਕਰਕੇ ਇਕੱਲੀ ਇਕੱਲੀ ਸੰਗਤ ਆਉਂਦੀ ਆਪ ਜੀ ਦੇ ਚਰਨਾਂ 'ਚ ਦਰਸ਼ਨ ਕਰਦੀ ਹੈ, ਲਾਹਾ ਖੱਟਦੀ ਹੈ ਤੇ ਸੰਗਤ ਚਲੀ ਜਾਂਦੀ ਹੈ। ਚਉਪਈ ਨਹੀਂ ਪਰਸ ਪਰ ਮਿਲਬੋ ਹੋਏ। ਪਰ ਸੰਗਤ ਦਾ ਆਪੋ ਵਿੱਚ ਮੇਲ ਨਹੀਂ ਹੁੰਦਾ, ਗੁਰੂ ਦਾ ਤੇ ਸੰਗਤ ਦਾ ਮਿਲਾਪ ਤੇ ਹੁੰਦਾ ਹੈ, ਪਰ ਸੰਗਤ ਦਾ ਆਪੋ ਵਿੱਚ ਮੇਲ ਨਹੀਂ ਹੁੰਦਾ। ਇਸ ਵਾਸਤੇ ਮਹਾਰਾਜ ਜੀ ਕਿਰਪਾ ਕਰੋ। ਭਾਉ ਪ੍ਰੇਮ ਪ੍ਰੇਮ ਨਹਿ ਧਾਰਹਿ ਕੋਏ। ਇਸ ਵਾਸਤੇ ਸੰਗਤਾਂ ਆਪੋ ਵਿੱਚ ਮਿਲਦੀਆਂ ਨਹੀਂ, ਇਸ ਵੇਲੇ ਆਪੋ ਵਿੱਚ ਭਾਵਨਾ ਪ੍ਰੇਮ ਜਾਗਰਤ ਨਹੀਂ ਹੁੰਦਾ ਮਿਲੇ ਬਿਨਾ। ਕਹਿ ਕੀ ਕਹਿ ਸੋ ਹੋਵੇ ਨਾ ਚਨਾਰੀ। ਕਿਉਂਕਿ ਗੁਰਸਿੱਖ ਸੰਗਤਾਂ ਦੀ ਆਪੋ ਵਿੱਚ ਜਾਣ ਪਛਾਣ ਨਹੀਂ ਹੁੰਦੀ ਮਹਾਰਾਜ। ਦਰਸ ਜਾਏ ਘਰ ਵਾਰੋ ਵਾਰੀ। ਦਰਸ਼ਨ ਕਰਕੇ ਵਾਰੋ ਵਾਰੀ ਸੰਗਤਾਂ ਘਰਾਂ ਨੂੰ ਤੁਰ ਜਾਂਦੀਆਂ ਹਨ। ਆਪਸ ਮਹਿ ਜਬ ਪ੍ਰਾਪਤ ਮੇਲਾ। ਜਦੋਂ ਮਹਾਰਾਜ ਆਪੋ ਵਿੱਚ ਸੰਗਤਾਂ ਨੂੰ ਸੋ ਮਿਲਾਪ ਪ੍ਰਾਪਤ ਹੋਵੇ। ਭਾਉ ਭਗਤ ਬਹੁ ਵਧੇ ਸੁਹੇਲਾ। ਤੇ ਬਹੁਤ ਸੁਖੱਲੀ ਹੀ ਪ੍ਰੇਮਾ ਭਗਤੀ ਵਧੇਗੀ। ਸੰਗਤਾਂ ਦਾ ਆਪਸ ਵਿੱਚ ਪ੍ਰੇਮ ਵਧੂਗਾ, ਸਤਿਗੁਰੂ ਪਾਤਸ਼ਾਹ ਜੀ ਦਾ ਜਸ ਆਪੋ ਵਿੱਚ ਕਰਨਗੇ, ਗੁਰੂ ਦੀ ਪ੍ਰੇਮਾ ਭਗਤੀ ਵਧੇਗੀ ਜੀ। ਕਰਬੇ ਉਚਿਤ ਹੋਏ ਅਸਬਾਤੀ। ਇਸ ਵਾਸਤੇ ਮਹਾਰਾਜ ਇਹ ਜਿਹੜੀ ਗੱਲ ਹੈ ਇਹ ਕਰਨ ਯੋਗ ਹੈ। ਮਹਾਰਾਜ ਕਿਰਪਾ ਕਰੋ। ਆਵਹਿ ਸੰਗਤ ਉਰ ਹਰ ਖਾਤੀ। ਤੋ ਸੰਗਤਾਂ ਮਹਾਰਾਜ ਹਿਰਦੇ ਵਿੱਚ ਖੁਸ਼ ਹੋ ਕਰਕੇ ਸਾਰੀਆਂ ਸੰਗਤਾਂ ਬਹੁਤੀਆਂ ਇਕੱਠੀਆਂ ਹੋਣ। ਇੱਕ ਦਿਵਸ ਮਹਿ ਮੇਲੋ ਹੋਏ। ਤੇ ਇੱਕ ਇਹੋ ਜਿਹਾ ਦਿਨ ਰੱਖੋ ਸਾਰੀ ਸੰਗਤ ਦਾ ਮੇਲ ਹੋਵੇ ਗੁਰੂ ਨਾਲ ਤੇ ਆਪੋ ਵਿੱਚ ਵੀ। ਬਹੁਤ ਦੇਸਨ ਪੁਰ ਸੰਗਤ ਜੋਏ। ਬਹੁਤ ਦੇਸ਼ਾਂ ਵਿੱਚ ਇਲਾਕਿਆਂ ਦੇ ਵਿੱਚ ਜੋ ਗੁਰੂ ਦੀ ਸੰਗਤ ਹੈ ਉਹ ਇੱਕ ਦਿਨ ਕੋਈ ਐਸਾ ਰੱਖੋ ਜੇ ਤੇ ਇਕੱਠੀ ਹੋ ਜਾਇਆ ਕਰੇ। ਰਾਵਰ ਕੀ ਰਜਾਏ ਬਨ ਜੈ ਹੈ। ਆਪ ਜੀ ਦੀ ਰਜਾ ਆਗਿਆ ਜਦੋਂ ਬਣ ਜਾਵੇ, ਹੁਕਮ ਹੋਵੇਗਾ ਸੰਗਤਾਂ ਨੂੰ। ਦੂਰ ਦੂਰ ਕੇ ਸਿੱਖ ਮਿਲੇ ਹੈ। ਤੇ ਦੂਰੋਂ ਦੂਰੋਂ ਆਣ ਕੇ ਦੇਸ਼ਾਂ ਵਿਦੇਸ਼ਾਂ ਦੇ ਸਿੱਖ ਆਣ ਕਰਕੇ ਮਿਲਣਗੇ ਇੱਕ ਥਾਂ ਤੇ ਆਪਦੇ ਚਰਨਾਂ 'ਚ। ਸੁਨ ਸ੍ਰੀ ਅਮਰ ਸੋ ਭਲੇ ਭਏ ਪ੍ਰਸੰਨ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੋ ਇਹ ਬੇਨਤੀ ਅਰਦਾਸ ਸੁਣ ਕੇ ਪਰਮਹੰਸ ਭਾਈ ਪਾਰੋ ਜੀ ਦੀ ਬੜੇ ਖੁਸ਼ ਹੋਏ ਨੇ। ਕਹਿਓ ਬਾਕ ਪਾਰੋ ਤੁਮ ਧਨ। ਕਹਿਣ ਲੱਗੇ ਭਾਈ ਪਾਰੋ ਜੀ ਸੋ ਤੂੰ ਧਨ ਹੈ। ਪਰ ਉਪਕਾਰ ਵਿਚਾਰਨ ਕਰੈ। ਤੂੰ ਹਰ ਵੇਲੇ ਪਰ ਉਪਕਾਰ ਦੀ ਵਿਚਾਰ ਕਰਦਾ ਵੀ ਕਿਸ ਤਰ੍ਹਾਂ ਭਲਾ ਹੁੰਦਾ ਸੰਗਤਾਂ ਦਾ, ਪਰ ਉਪਕਾਰ ਕਿਵੇਂ ਹੁੰਦਾ ਹੈ। ਸਿੱਖ ਅਨੇਕ ਮਿਲ ਹੈ ਨਿਸਤਰੈ। ਤੇ ਜਦੋਂ ਇਕੱਠੇ ਹੀ ਬਹੁਤ ਗੁਰਸਿੱਖ ਮਿਲਣਗੇ ਤੇ ਉਹਨਾਂ ਦਾ ਨਿਸ਼ਪ੍ਰਪੰਚ ਸੰਸਾਰ ਤੋਂ ਪਾਰ ਉਤਾਰਾ ਹੋ ਜਾਏਗਾ। ਜੋ ਤੁਮ ਚਿਤ ਵੀ ਮਮ ਚਿਤ ਸੋਏ। ਹਜੂਰ ਕਹਿੰਦੇ ਜੋ ਭਾਈ ਪਾਰੋ ਜੀ ਤੁਸੀਂ ਇਸ ਤਰੀਕੇ ਦੇ ਨਾਲ ਚਿੱਤ ਵਿੱਚ ਸੋਚੀਆਂ ਨਾ, ਸਾਡੇ ਮਨ ਵਿੱਚ ਵੀ ਐਵੇਂ ਹੀ ਸੀ। ਮਹਾਰਾਜ ਨੇ ਕਿਸੇ ਤਰ੍ਹਾਂ ਪ੍ਰਗਟ ਕਰਨੀ ਸੀ ਗੱਲ। ਸਗਰੇ ਆਵਹਿ ਦਿਵਸ ਦਿਵਸ ਬਸੋਏ। ਤੋ ਮਹਾਰਾਜ ਨੇ ਹੁਕਮ ਕੀਤਾ ਭਈ ਵਸੋਏ ਦੇ ਦਿਨ ਤੇ ਸਾਰੀ ਸੰਗਤ ਆਇਆ ਕਰੇ। ਹੁਕਮ ਕਰ ਦਿੱਤਾ। ਵਸੋਏ ਆਮ ਵਿਸਾਖੀ ਦਾ ਨਾਮ ਕਿਹਾ ਜਾਂਦਾ ਹੈ। ਸਭ ਸਿੱਖਨ ਕੋ ਲਿਖੋ ਪਠਾਵੋ। ਤੇ ਸਾਰੀਆਂ ਸੰਗਤਾਂ ਨੂੰ ਲਿਖ ਕਰਕੇ ਹੁਕਮਨਾਮੇ ਭੇਜ ਦਿਓ ਸਤਿਗੁਰਾਂ ਵੱਲੋਂ। ਗੁਰ ਦਰਸ਼ਨ ਕੋ ਇਕੱਠੇ ਆਵੋ। ਭਈ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਇਕੱਠੇ ਹੋ ਕਰਕੇ ਵਸੋਏ ਤੇ ਆਇਆ ਕਰੋ। ਤਬ ਪਾਰੋ ਨੇ ਲਿਖ ਪਰਵਾਨੇ। ਤਦੋਂ ਭਾਈ ਪਾਰੋ ਜੀ ਨੇ
ਸੋ ਗੁਰੂ ਸਾਹਿਬ ਦੇ ਹੁਕਮਨਾਮੇ ਲਿਖ ਕਰਕੇ ਪਠੇ ਪੁਰਨ ਜਹ ਜਹ ਸਿੱਖ ਜਾਣੇ। ਜਿੱਥੇ ਜਿੱਥੇ ਗੁਰਸਿੱਖਾਂ ਦੀਆਂ ਨਗਰੀਆਂ ਪੁਰੀਆਂ ਜਾਣੀਆਂ, ਉੱਥੇ ਉੱਥੇ ਹੁਕਮਨਾਮੇ ਭੇਜ ਦਿੱਤੇ ਹਨ ਸਤਿਗੁਰਾਂ ਦੇ। ਸੁਨਤ ਹੁਕਮਨਾਮਾ ਗੁਰ ਕੇਰਾ। ਜਦੋਂ ਸਤਿਗੁਰਾਂ ਦਾ ਹੁਕਮਨਾਮਾ ਸੰਗਤਾਂ ਨੇ ਸੁਣਿਆ, ਸਿੱਖਨ ਕੇ ਚਿਤ ਚਾਉ ਕਨੇਰਾ। ਗੁਰਸਿੱਖਾਂ ਦੇ ਮਨ ਵਿੱਚ ਭਾਰੀ ਉਤਸ਼ਾਹ ਪੈਦਾ ਹੋਇਆ ਹੈ। ਰਹੇ ਉਡੀਕਤ ਪੁਨ ਸਭ ਕੋਏ। ਸਾਰੀਆਂ ਹੀ ਸੰਗਤਾਂ ਉਡੀਕਦੀਆਂ ਨੇ ਉਸ ਦਿਨ ਨੂੰ। ਪਹੁੰਚ ਹੈ ਗੁਰ ਢਿਗ ਦਿਵਸ ਬਸੋਏ। ਤੇ ਬਸੋਏ ਵਾਲੇ ਦਿਨ ਸਭ ਸੰਗਤਾਂ ਗੁਰੂ ਚਰਨਾਂ ਵਿੱਚ ਪਹੁੰਚਦੀਆਂ ਹਨ। ਦਿਨ ਪ੍ਰਤ ਵਧਤ ਰਹਿਤ ਵੱਡ ਭਾਉ। ਤੋ ਦਿਨ ਪ੍ਰਤੀ ਦਿਨ ਹੁਣ ਸੰਗਤਾਂ ਦਾ ਪਿਆਰ ਵੱਧਦਾ ਹੈ। ਗੁਰ ਦਰਸ਼ਨ ਕੋ ਚੌਗੁਣ ਚਾਉ। ਤੇ ਸਤਿਗੁਰਾਂ ਦੇ ਦਰਸ਼ਨਾਂ ਦਾ ਸੰਗਤਾਂ ਨੂੰ ਆਪੋ ਵਿੱਚ ਮਿਲ ਕੇ 4 ਗੁਣਾ ਵੱਧ ਚਾਅ ਚੜ੍ਹਦਾ ਹੈ। ਬੀਤੀ ਸਿਸੋ ਬਸੰਤ ਪ੍ਰਕਾਸ਼ਾ। ਤੋ ਸਿਸਰ ਰੁੱਤ ਜਿਹੜੀ ਇਸ ਪ੍ਰਕਾਰ ਪਤਝੜ ਦੀ ਰੁੱਤ ਜਿਹੜੀ ਗੁਜ਼ਰੀ ਹੈ, ਬਸੰਤ ਰੁੱਤ ਜਦੋਂ ਪ੍ਰਗਟ ਹੋਈ ਹੈ। ਸੁਮਨ ਸੋ ਬਨ ਉਪਬਨ ਹੈ ਬਨ ਹੈ ਵਿਕਾਸਾ। ਤੋ ਸਾਰੇ ਹੀ ਬਨਾਂ ਵਿੱਚ, ਬਾਗਾਂ 'ਚ, ਜੰਗਲਾਂ 'ਚ ਜਿਹੜੇ ਫੁੱਲ ਨੇ ਉਹ ਖਿੜੇ ਹਨ। ਬਹੁਤੀ ਉਸਨ ਸੀਤਲਤਾਈ। ਤੋ ਜਿਹੜੀ ਬਹੁਤੀ ਗਰਮੀ ਹੋਣੀ ਜਾਂ ਬਹੁਤੀ ਸਰਦੀ ਹੋਣੀ ਜਿਹੜੀ ਹੈ, ਚੱਲਨ ਪੰਥ ਕੋ ਹੈ ਸੁਖਦਾਈ। ਇਹ ਪ੍ਰਕਾਰ ਨਹੀਂ ਹੁੰਦੀ। ਇਸ ਵਾਸਤੇ ਨਾ ਬਹੁਤੀ ਸਰਦੀ ਹੁੰਦੀ ਉਸ ਰੁੱਤ ਵਿੱਚ, ਨਾ ਬਹੁਤੀ ਗਰਮੀ ਹੁੰਦੀ। ਇਸ ਵਾਸਤੇ ਰਸਤੇ ਵਿੱਚ ਚੱਲਣਾ ਵੀ ਸੁਖੈਨ ਹੁੰਦਾ ਹੈ। ਜਹ ਜਹ ਸਤਿਗੁਰ ਕੇ ਸਿੱਖ ਬ੍ਰਿੰਦੇ। ਜਿੱਥੇ ਜਿੱਥੇ ਮੇਰੇ ਗੁਰੂ ਸਾਹਿਬ ਜੀ ਦੇ ਬਹੁਤੇ ਸਿੱਖ ਹਨ, ਦਰਸ਼ਨ ਕੋ ਉਮਗੇ ਆਨੰਦੇ। ਆਨੰਦ ਦੇ ਸਹਿਤ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਸੋ ਉਮੜ ਕਰਕੇ ਆਏ ਹਨ, ਚੱਲ ਕਰਕੇ। ਬੰਦੇ ਟੋਲ ਸੰਗਤਾਂ ਆਈਆਂ। ਜਥੇ ਬਨ ਬਨ ਕਰਕੇ ਗੁਰੂ ਦੀਆਂ ਸੰਗਤਾਂ ਆਈਆਂ ਗੁਰੂ ਚਰਨਾਂ ਵਿੱਚ। ਚਹੁ ਦਿਸ ਤੇ ਵਸਤੂ ਗਨ ਲਿਆਈਆਂ। 4 ਚੁਫੇਰਿਓਂ ਸ਼ਰਧਾ ਅਨੁਸਾਰ ਗੁਰੂ ਸਾਹਿਬ ਜੀ ਵਾਸਤੇ ਭੇਟਾ ਲੈ ਕੇ ਆਈਆਂ ਹਨ। ਆਨ ਸਭਨ ਗੁਰ ਦਰਸ਼ਨ ਹੇਰਾ। ਆਣ ਕੇ ਸਭ ਸੰਗਤਾਂ ਨੇ ਸਤਿਗੁਰੂ ਅਮਰਦਾਸ ਮਹਾਰਾਜ ਦਾ ਦਰਸ਼ਨ ਕੀਤਾ ਹੈ। ਮੇਲਾ ਮਿਲ ਕੇ ਭਇਓ ਵਡੇਰਾ। ਤੋ ਹੁਣ ਜਿਸ ਵੇਲੇ ਇਉਂ ਸੰਗਤਾਂ ਦਾ ਇਕੱਠ ਹੋਇਆ ਤੇ ਇਹ ਵੱਡਾ ਭਾਰੀ ਮੇਲਾ ਬਣ ਗਿਆ। ਜਥਾ ਚਕੋਰ ਹੋਏ ਸਮੁਦਾਇਆ। ਇਹ ਇੰਜ ਸਮਝੋ ਜਿਸ ਤਰ੍ਹਾਂ ਬਹੁਤ ਸਾਰੀਆਂ ਚਕੋਰਾਂ, ਸਿੱਖ ਰੂਪ ਚਕੋਰਾਂ ਇਕੱਠੀਆਂ ਹੋਈਆਂ ਨੇ। ਸ੍ਰੀ ਸਤਿਗੁਰ ਨਿਸਪਤ ਦਰਸਾਇਆ। ਤੇ ਧੰਨ ਮੇਰੇ ਸਤਿਗੁਰੂ ਪਾਤਸ਼ਾਹ ਇਹਨਾਂ ਸੰਗਤਾਂ ਦੇ ਵਿੱਚ ਚੰਦਰਮਾ ਦੀ ਨਿਆਈ ਹਨ। ਚੰਦ ਚਕੋਰ ਪ੍ਰੀਤ ਹੈ ਲਾਇ ਤਾਰ ਨਿਹਾਲੇ। ਜਿਸ ਤਰ੍ਹਾਂ ਚਕੋਰ ਚੰਦਰਮਾ ਵਿੱਚ ਪ੍ਰੀਤ ਲਾਉਂਦੀ, ਇਉਂ ਸੰਗਤਾਂ ਗੁਰੂ ਦੇ ਦਰਸ਼ਨਾਂ ਵਿੱਚ ਪ੍ਰੀਤ ਲਾਈ ਬੈਠੀਆਂ ਹਨ। ਗੋਇੰਦਵਾਲ ਵਿਸਾਲ ਸੋ ਭੀਰ। ਸ੍ਰੀ ਗੋਇੰਦਵਾਲ ਸਾਹਿਬ ਦੀ ਨਗਰੀ ਵਿੱਚ ਸੰਗਤਾਂ ਦੀ ਭਾਰੀ ਭੀੜ ਜੁੜ ਗਈ ਹੈ। ਦਰਸ਼ਨ ਵਾਰ ਨ ਪਾਵਹਿ ਤੀਰ। ਇਸ ਪ੍ਰਕਾਰ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਵਾਰੀ ਉਡੀਕਦੇ ਹਨ। ਛੇਤੀ ਨਾਲ ਵਾਰੀ ਨਹੀਂ ਮਿਲਦੀ ਦਰਸ਼ਨ ਕਰਨ ਦੀ। ਪਾਇਨ ਪਾਸ ਉਪਾਇਨ ਧਰ ਧਰ। ਸਤਿਗੁਰੂ ਜੀ ਦੇ ਚਰਨਾਂ ਤੇ ਸ਼ਰਧਾ ਅਨੁਸਾਰ ਆਪਣੀਆਂ ਭੇਟਾਂ ਰੱਖਦੀਆਂ ਸੰਗਤਾਂ। ਆਵਹਿ ਜਾਹੇ ਬੰਦਨਾ ਕਰ ਕਰ। ਤੇ ਸੰਗਤਾਂ ਆਉਂਦੀਆਂ ਨਮਸਕਾਰ ਕਰਕੇ ਜਾਂਦੀਆਂ ਹਨ। ਸਿੱਖ ਅਨੇਕ ਦੇਗ ਕੋ ਲਾਗੇ। ਹੁਣ ਭਾਈ ਐਡਾ ਵੱਡਾ ਇਕੱਠ ਹੈ ਸੰਗਤਾਂ ਦਾ। ਹੁਣ ਸੰਗਤਾਂ ਹੀ ਸੰਭਾਲਣ ਵਾਲੀਆਂ ਨੇ। ਬਹੁਤ ਸਾਰੀਆਂ ਸੰਗਤਾਂ ਭਾਈ ਗੁਰੂ ਦੇ ਲੰਗਰ ਦੀ ਸੇਵਾ ਵਿੱਚ ਲੱਗ ਗਈਆਂ। ਕਰਹਿ ਪਾਕ ਸਿੱਧ ਉਰ ਅਨਰਾਗੇ। ਤਾਂ ਬੜੇ ਪ੍ਰੇਮ ਦੇ ਸਹਿਤ ਭਾਈ ਰਸੋਈ ਤਿਆਰ ਕਰਦੀਆਂ ਸੰਗਤਾਂ। ਕੇਤਕ ਨੀਰ ਆਨਬੋ ਕਰਹੀ। ਕਿੰਨੇ ਕੁ ਪ੍ਰੇਮੀ ਪਾਣੀ ਢੋਈ ਜਾਂਦੇ ਹਨ। ਸੰਗਤ ਕੋ ਸੇਵਹਿ ਹਿਤ ਧਰਹੀ। ਬਹੁਤਾ ਹੀ ਪ੍ਰੇਮ ਧਾਰ ਕਰਕੇ ਸੰਗਤ ਦੀ ਸੇਵਾ ਕਰਦੇ ਹਨ। ਮਹਾ ਕੁਲਾਹਲ ਮੇਲਾ ਹੋਵਾ। ਭਾਈ ਮੇਲਾ ਹੈ ਬੜਾ ਭਾਰੀ, ਉੱਥੇ ਖੁਸ਼ੀ ਦੀਆਂ ਆਵਾਜ਼ਾਂ ਰੌਣਕਾਂ ਬਣੀਆਂ ਨੇ। ਹਰਖਤ ਸੰਗਤ ਦੀਰਘ ਜੋਵਾ। ਤੋ ਬਹੁਤ ਸਾਰੀ ਜਿਹੜੀ ਸੰਗਤ ਹੈ ਸੋ ਜੁੜੀ ਹੋਈ ਦੇਖਦੀ ਹੈ ਮੇਲੇ ਨੂੰ। ਕਰਹਿ ਪਰਸ ਪਰ ਭਾਉ ਵਿਸਾਲਾ। ਹੁਣ ਇਹ ਜਿਹੜਾ ਜੋੜ ਮੇਲ ਬਣਿਆ, ਸੋ ਇਸ ਪ੍ਰਕਾਰ ਮਨ ਮੇਲੀ ਕਰ ਮੇਲੇ ਮਿਲੰਦੇ। ਭਾਈ ਸਾਹਿਬ ਨੇ ਲਿਖਿਆ, ਮਨ ਦੇ ਮਿਲਾਪੀ ਹੋ ਕੇ ਗੁਰਸਿੱਖ ਮਿਲਦੇ, ਭਾਰੀ ਆਪਸ ਵਿੱਚ ਪ੍ਰੇਮ ਜਾਗਦਾ ਹੈ ਮਿਲ ਕੇ। ਉਚਰ ਹੈ ਮਿਲ ਗੁਰ ਕੋ ਜਸ ਜਲ। ਤੋ ਆਪੋ ਵਿੱਚ ਮਿਲ ਕੇ ਹੁਣ ਸਾਰੀ ਸੰਗਤ ਗੁਰੂ ਦਾ ਜਸ ਕਰਦੀਆਂ ਸੰਗਤਾਂ। ਸੋ ਆਪੋ ਆਪਣੀ ਵਾਰਤਾ ਨੇ, ਮੇਰੇ ਤੇ ਗੁਰੂ ਸਾਹਿਬ ਨੇ ਆਹ ਕਿਰਪਾ ਕੀਤੀ ਹੈ, ਸਤਿਗੁਰਾਂ ਨੇ ਮੇਰੇ ਤੇ ਆ ਬਖਸ਼ਿਸ਼ਾਂ ਕੀਤੀਆਂ ਹਨ, ਇਉਂ ਪ੍ਰੇਮ ਵੱਧਦਾ ਹੈ। ਅਤ ਆਨੰਦ ਸੰਗਤ ਮਹਿ ਹੋਏ। ਸੰਗਤਾਂ ਦੇ ਵਿੱਚ ਬੜਾ ਭਾਰੀ ਆਨੰਦ ਖੁਸ਼ੀ ਹੋਈ ਹੈ। ਸੁਖ ਮੇਲੇ ਕੋ ਲਹਿ ਸਭ ਕੋਏ। ਇਹ ਜਿਹੜਾ ਜੋੜ ਮੇਲਾ ਬਣਿਆ ਹੈ,
ਇਹਦਾ ਸੁੱਖ ਸਾਰੀਆਂ ਸੰਗਤਾਂ ਮਾਣ ਰਹੀਆਂ ਨੇ। ਕਿਤਕ ਸਮੋ ਬੀਤਿਓ ਜਬ ਜਾਣਿਓ, ਜਦੋਂ ਜਾਣਿਆ ਕਿੰਨਾ ਕੁ ਸਮਾਂ ਗੁਜ਼ਰਿਆ ਹੈ ਤਾਂ ਸ੍ਰੀ ਸਤਿਗੁਰ ਕਿਰਪਾਲ ਬਖਾਨਿਓ, ਕਿਰਪਾਲੂ ਸਤਿਗੁਰੂ ਮਹਾਰਾਜ ਨੇ ਇਉਂ ਹੁਕਮ ਕੀਤਾ। ਰਾਮਦਾਸ ਕੋ ਚਿਰ ਬਹੁ ਹੋਵਾ, ਹਜੂਰ ਪਾਤਸ਼ਾਹ ਕਹਿਣ ਲੱਗੇ ਭਈ ਰਾਮਦਾਸ ਜੀ ਨੂੰ ਸੋ ਬੜਾ ਸਮਾਂ ਹੋ ਗਿਆ ਹੈ, ਕਹਾਂ ਗਇਓ ਹਮ ਨਿਕਟ ਨ ਜੋਵਾ, ਸਾਡੇ ਨੇੜੇ ਨਹੀਂ ਆਏ ਰਾਮਦਾਸ ਜੀ, ਉਹ ਕਿੱਥੇ ਚਲ ਗਏ ਹਨ। ਸੇਵਕ ਬੱਲੂ ਕਹਿਓ ਸੁਨਾਏ, ਭਾਈ ਬੱਲੂ ਜੀ ਗੁਰੂ ਸਾਹਿਬ ਦਾ ਹਜੂਰੀ ਸੇਵਕ ਜਿਹੜਾ ਹੈ ਉਸ ਨੇ ਹਜੂਰ ਨੂੰ ਸੁਣਾ ਕੇ ਭਜਨ ਕੀਤਾ। ਸੰਗਤ ਕੀ ਬਹੁ ਸੇਵ ਕਮਾਏ, ਗਰੀਬ ਨਵਾਜ ਜੀ ਆਪ ਜੀ ਦੀਆਂ ਸੰਗਤਾਂ ਦੀ ਸੇਵਾ ਕਮਾਉਂਦੇ ਬਹੁਤ ਪ੍ਰੇਮ ਦੇ ਨਾਲ। ਦੇਗ ਤਿਆਰ ਕਰ ਦੇਹ ਆਹਾਰਾ, ਤੋ ਭੋਜਨ ਤਿਆਰ ਕਰ ਕਰਕੇ ਸੰਗਤਾਂ ਨੂੰ ਛਕਾਉਂਦੇ ਹਨ। ਪੰਕਤ ਕੋ ਬਿਠਾਏ ਇੱਕ ਸਾਰਾ, ਇੱਕ ਰਸ ਪੰਗਤਾਂ ਬਿਠਾ ਬਿਠਾ ਕਰਕੇ ਮਰਜ਼ਾਦਾ ਪੂਰਵਕ ਲੰਗਰ ਵਰਤਾਉਂਦੇ ਹਨ। ਸੀਤਲ ਜਲ ਕੋ ਭਰ ਭਰ ਲਿਆਵੇ, ਠੰਡਾ ਜਲ ਭਰ ਕੇ ਲਿਆਉਂਦੇ ਰਾਮਦਾਸ ਜੀ। ਬੂਝ ਬੂਝ ਸੰਗਤ ਕੋ ਪਾਵਿਆ ਪੁੱਛ ਪੁੱਛ ਪਿਆਵੇ, ਕਰਕੇ ਸੰਗਤਾਂ ਨੂੰ ਠੰਡਾ ਜਲ ਛਕਾਉਂਦੇ ਹਨ। ਸੁਦਾ ਪਿਪਾਸਾ ਸਭ ਕੀ ਹਰੈ, ਸੋ ਕਿਸੇ ਨੂੰ ਵੀ ਭੁੱਖ ਜਾਂ ਕਿਸੇ ਨੂੰ ਵੀ ਪਿਆਸ ਲੱਗੀ ਹੈ, ਹਰ ਬੁੱਢੇ ਬਜ਼ੁਰਗਾਂ ਬੱਚਿਆਂ ਨੂੰ ਸਭ ਦੀ ਇੱਛਾ ਪੂਰੀ ਕਰਦੇ ਹਨ। ਬਾਂਸਦ ਸਿੱਖਿਆਨ ਕੋ ਦੈ ਬੋ ਕਰੈ, ਤੋ ਜੋ ਵੀ ਸਿੱਖਾਂ ਨੂੰ ਲੋੜ ਹੈ ਜਿੱਥੇ ਜਿੱਥੇ ਉਹ ਕੁਛ ਦਿੰਦੇ ਹਨ ਵਸਤੂਆਂ। ਕਰ ਮਹਿ ਗਹਿ ਬੀਜਨਾ ਫੇਰ, ਫਿਰ ਜਿਸ ਕਿਸੇ ਨੂੰ ਗਰਮੀ ਲੱਗਦੀ ਹੈ ਹੱਥ ਵਿੱਚ ਪੱਖਾ ਲੈ ਕਰਕੇ ਫੇਰਦੇ ਹਨ। ਬਾਉ ਕਰਤ ਉਸਨ ਬਹੁ ਹੇਰ, ਜਦੋਂ ਗਰਮੀ ਦੇਖਦੇ ਹਨ ਤੇ ਪੱਖੇ ਨਾਲ ਹਵਾ ਕਰਦੇ ਸੰਗਤਾਂ ਨੂੰ। ਸਭ ਸੰਗਤ ਕੋ ਖੁਸ਼ੀ ਕਰੰਤਾ, ਤੇ ਇਸ ਪਰ ਰਾਮਦਾਸ ਜੀ ਸਾਰੀ ਸੰਗਤ ਨੂੰ ਖੁਸ਼ ਕਰ ਰਹੇ ਹਨ ਜੀ। ਇਤ ਉਤ ਫਿਰ ਕੇ ਸੇਵ ਬੁਝੰਤਾ, ਇੱਧਰ ਉੱਧਰ ਵਿਚਰ ਕੇ ਸੰਗਤਾਂ ਵਿੱਚ ਸੇਵਾ ਪੁੱਛੀ ਜਾਂਦੇ ਹਨ ਭਈ ਕਿਸੇ ਚੀਜ਼ ਦੀ ਲੋੜ ਤੇ ਦੱਸੋ। ਚਾਹੇ ਜੋ ਦੇਹ ਆਹਾਰਕ ਪਾਣੀ, ਤੋ ਕਿਸੇ ਨੂੰ ਪਾਣੀ ਚਾਹੀਦਾ, ਕਿਸੇ ਨੂੰ ਭੋਜਨ ਚਾਹੀਦਾ ਹੈ। ਸੋ ਜਿਵੇਂ ਜਿਵੇਂ ਲੋੜ ਹੈ ਸਭ ਦੀ ਲੋੜ ਪੂਰੀ ਕਰਦੇ ਹਨ। ਇਸ ਪ੍ਰਕਾਰ ਕੀ ਸੇਵਾ ਠਾਨੀ, ਇਸ ਤਰੀਕੇ ਦੇ ਨਾਲ ਰਾਮਦਾਸ ਜੀ ਨੇ ਸੇਵਾ ਕੀਤੀ ਤੇ ਕਰਦੇ ਹਨ। ਜਾਂ ਤੇ ਨਹਿ ਆਮਨ ਤਿਸ ਕੇਰਾ, ਇਸ ਵਾਸਤੇ ਤੁਹਾਡੇ ਪਾਸ ਆ ਨਹੀਂ ਸਕੇ, ਸੰਗਤਾਂ ਦੀ ਸੇਵਾ ਵਿੱਚ ਲੱਗੇ ਰਾਮਦਾਸ ਜੀ। ਰਹਿਓ ਰੁਕਿਓ ਜਹ ਕਾਜ ਬਡੇਰਾ, ਰੁਕੇ ਹੋਏ ਨੇ ਜਿੱਥੇ ਵੱਡਾ ਕੰਮ ਹੈ ਗੁਰੂ ਦੀ ਸੰਗਤਾਂ ਨੂੰ ਸੰਭਾਲਣ ਦਾ ਕੰਮ ਹੈ। ਸੁਨ ਸ੍ਰੀ ਸਤਿਗੁਰ ਅਮਰ ਪ੍ਰਸੰਨ, ਮੇਰੇ ਧੰਨ ਸਤਿਗੁਰੂ ਅਮਰਦਾਸ ਮਹਾਰਾਜ ਜੀ ਸੇਵਾ ਦੀ ਗੱਲ ਸੁਣ ਕੇ ਬੜੇ ਖੁਸ਼ ਹੋਏ ਨੇ। ਕਹਿਓ ਕਿ ਰਾਮਦਾਸ ਹੈ ਧੰਨ, ਕਹਿਣ ਲੱਗੇ ਰਾਮਦਾਸ ਜੀ ਭਾਈ ਧੰਨ ਹਨ, ਜਿਨ ਸੰਗਤ ਕੀ ਸੇਵਾ ਕਰੀ, ਜਿਹੜਾ ਨੇ ਇਸ ਪ੍ਰਕਾਰ ਸੰਗਤ ਦੀ ਸੇਵਾ ਕੀਤੀ ਹੈ। ਹਮਰੇ ਹਿਤ ਇਮ ਪ੍ਰੀਤੀ ਧਰੀ, ਤੇ ਸਾਡੇ ਵਾਸਤੇ ਇੰਨੀ ਪ੍ਰੀਤ ਕੀਤੀ ਸੰਗਤਾਂ ਦੇ ਨਾਲ। ਦੁਰਲੱਭ ਪਦਾਰਥ ਹੋਏ ਨਾ ਕੋਏ, ਹੁਣ ਰਾਮਦਾਸ ਜੀ ਵਾਸਤੇ ਕੋਈ ਵੀ ਐਸਾ ਪਦਾਰਥ ਨਹੀਂ ਜੋ ਦੁਰਲੱਭ ਹੋਵੇ, ਜੋ ਵੀ ਲੋੜ ਹੈ ਉਹ ਸਾਰੀ ਉਹਨਾਂ ਦੀ ਪੂਰੀ ਹੋਵੇਗੀ। ਨੌ ਨਿਧ ਸਿੱਧ ਪਾਏ ਹੈ ਸੋਏ, ਇਸ ਪ੍ਰਕਾਰ 9 ਨਿਧੀਆਂ 18 ਸਿੰਧੀਆਂ ਸਾਰੀਆਂ ਪ੍ਰਾਪਤ ਕਰ ਲੈਣਗੇ। ਸੇਵਾ ਤੇ ਤੁਰਠ ਕੇ ਮੇਰੇ ਸਤਿਗੁਰੂ ਨੇ ਇਹ ਬਚਨ ਕੀਤਾ। ਸਿੱਖ ਮੇਰੇ ਸੇਵੇ ਅਨਰਾਗ, ਕਿਉਂਕਿ ਮੇਰੇ ਗੁਰਸਿੱਖਾਂ ਦੀ ਬੜੇ ਪ੍ਰੇਮ ਨਾਲ ਸੇਵਾ ਕੀਤੀ ਉਹਨਾਂ ਨੇ। ਅਪਰਨਾ ਇਸ ਤੇ ਕੋ ਵੱਡ ਭਾਗ, ਕਹਿੰਦੇ ਇਹਨਾਂ ਤੋਂ ਵੱਡੇ ਭਾਗਾਂ ਵਾਲਾ ਹੋਰ ਨਹੀਂ ਕੋਈ ਹੋ ਸਕਦਾ। ਜਗ ਮਹਿ ਬੰਸ ਵਿਸਾਲ ਜੋ ਇਸ ਕੋ, ਇਹਨਾਂ ਦੀ ਜਗਤ ਵਿੱਚ ਭਾਰੀ ਵੰਸ਼ ਵਧੇਗੀ। ਪੂਜਮਾਨ ਹੋਵਹਿ ਚਹੁ ਦਿਸ ਕੋ, ਚਾਰ ਦਿਸ਼ਾ ਵਿੱਚ ਹੀ ਪੂਜਨੀਕ ਹੋਣਗੇ ਇਹ। ਜੋ ਨਰ ਮਮ ਸੰਗਤ ਕੋ ਸੇਵ ਹੈ, ਜਿਹੜਾ ਵੀ ਪ੍ਰਾਣੀ ਸਾਡੀ ਸੰਗਤ ਦੀ ਸੇਵਾ ਕਰੂਗਾ ਫਲਤ ਪਲਤ ਮਹਿ ਸ਼ੁਭ ਫਲ ਲੇਵਹਿ, ਉਹ ਲੋਕ ਤੇ ਪਰਲੋਕ ਵਿੱਚ ਸ਼ੁਭ ਫਲ ਨੂੰ ਪ੍ਰਾਪਤ ਹੋਵੇਗਾ। ਮੋਰ ਮਹਾਤਮ ਜੇਤਕ ਅਹੈ, ਜਿੰਨਾ ਕੁ ਇਸ ਪ੍ਰਕਾਰ ਮੇਰੀ ਸੇਵਾ ਦਾ ਫਲ ਹੈ। ਰਾਮਦਾਸ ਜਾਣਹਿ ਫਲ ਲਹੈ, ਤੋ ਰਾਮਦਾਸ ਜੀ ਇਹ ਫਲ ਮੰਨਣਗੇ, ਲੈਣਗੇ। ਦੋਏ ਲੋਕਨ ਮਹਿ ਜੋ ਪਦ ਉੱਚੇ, ਦੋਨਾਂ ਹੀ ਲੋਕਾਂ ਦੇ ਵਿੱਚ ਜੋ ਸਭ ਤੋਂ ਉੱਚੀ ਪਦਵੀ ਹੈ। ਰਾਮਦਾਸ ਤਹ ਜਾਏ ਪਹੁੰਚੇ, ਰਾਮਦਾਸ ਜੀ ਉੱਥੇ ਪਹੁੰਚ ਗਏ ਹਨ। ਭਾਵ ਕਿ ਸੇਵਾ ਤੇ ਪ੍ਰਸੰਨ ਹੋ ਕੇ ਮੇਰੇ ਸਤਿਗੁਰਾਂ ਨੇ ਇਹ ਬਚਨ ਪ੍ਰਕਾਸ਼ਿਤ ਕਰ ਦਿੱਤਾ। ਸੰਗਤਾਂ ਦੇ ਵਿੱਚ ਮਹਾਂਪੁਰਖ ਦੱਸਿਆ ਕਰਦੇ ਸਨ ਇਹ ਜਿਹੜਾ ਜੋੜ ਮੇਲਾ ਹੈ ਸੋ ਭਾਈ ਪਾਰੋ ਜੀ ਦਾ ਬਹਾਨਾ ਬਣਾਇਆ ਹੈ ਤੇ ਬੌਲੀ ਸਾਹਿਬ ਦਾ ਤੀਰਥ ਪੂਰਾ ਹੋਇਆ ਸੀ। ਤੇ ਇਸ ਤਰੀਕੇ ਦੇ ਨਾਲ ਹਜੂਰ ਨੇ ਹੁਕਮ ਭੇਜੇ ਸਨ ਵੀ ਬੌਲੀ ਸਾਹਿਬ ਜੀ ਦਾ ਮਹੂਰਤ ਕਰਨਾ, ਸੰਗਤਾਂ ਸਾਰੀਆਂ ਬਸੋਏ ਤੇ ਪਹੁੰਚੋ।
ਇਸ ਤਰੀਕੇ ਦੇ ਨਾਲ ਇਹ ਜੋੜ ਮੇਲਾ ਸੰਗਤਾਂ ਦਾ ਬਣਿਆ ਸੀ। ਜਗ ਮਹਿ ਪ੍ਰਗਟ ਪ੍ਰਕਾਸ਼ ਕਰਹਿਗੇ। ਤੇ ਸੰਸਾਰ ਦੇ ਵਿੱਚ ਬੜਾ ਭਾਰੀ ਗਿਆਨ ਦਾ ਪ੍ਰਕਾਸ਼ ਪ੍ਰਗਟ ਕਰਨਗੇ ਰਾਮਦਾਸ ਜੀ। ਇਸ ਪਿੱਛੇ ਸਿੱਖ ਬ੍ਰਿੰਦ ਤਰਹਿਗੇ। ਇਹਨਾਂ ਦੇ ਪਿੱਛੇ ਬਹੁਤ ਸਾਰੇ ਸਿੱਖਾਂ ਦਾ ਉਧਾਰ ਹੋ ਜਾਊਗਾ। ਇਤਿਆਦਿਕ ਬਹੁ ਜਸ ਕੋ ਕਹਿਓ। ਇਸ ਤੋਂ ਆਦ ਲੈ ਕਰਕੇ ਬੜਾ ਭਾਰੀ ਜਸ ਕੀਤਾ ਸਤਿਗੁਰਾਂ ਨੇ ਰਾਮਦਾਸ ਮਹਾਰਾਜ ਦਾ। ਇਹੋ ਲਾਇਕ ਸਤਿਗੁਰ ਨੇ ਲਹਿਓ। ਗੁਰੂ ਸਾਹਿਬ ਨੇ ਜਾਣ ਲਿਆ ਵੀ ਇਹ ਲਾਇਕ ਨੇ, ਇਸ ਕਾਰਗੁਰਤਾ ਗੱਦੀ ਦੇ ਲਾਇਕ ਹਨ। ਬਹੁਤ ਸੰਗਤਾਂ ਭਈ ਇਕੱਤਰ। ਬਹੁਤ ਸਾਰੀਆਂ ਸੰਗਤਾਂ ਇਕੱਠੀਆਂ ਹੋਈਆਂ ਸਨ। ਗੁਰ ਭਾਈ ਪ੍ਰੇਮੀ ਭਏ ਮਿੱਤਰ। ਤੋ ਗੁਰ ਭਾਈ ਸਨ, ਪ੍ਰੇਮੀ ਹੋ ਕੇ ਆਪ ਵਿੱਚ ਮਿੱਤਰ ਬਣੇ, ਦੋਸਤ ਬਣੇ ਹਨ। ਗੁਰ ਸਮ ਸਿੱਖ ਕੋ ਸਿੱਖ ਮਿਲ ਸੇਵ ਹੈ। ਤੋ ਇਸ ਪ੍ਰਕਾਰ ਗੁਰਸਿੱਖਾਂ ਨੂੰ ਸਿੱਖ ਮਿਲ ਕਰਕੇ ਸੇਵਾ ਇੰਜ ਕਰਦੇ ਨੇ ਜਿਵੇਂ ਗੁਰੂ ਦੀ ਸੇਵਾ ਕਰੀਦੀ ਹੈ। ਸੰਗਤ ਗੁਰੂ ਦਾ ਰੂਪ ਹੁੰਦੀ ਹੈ। ਚਰਨ ਧੋਏ ਚਰਨ ਅੰਮ੍ਰਿਤ ਲੇਵ ਹੈ। ਤੋ ਇਸ ਪ੍ਰਕਾਰ ਸਤਿਗੁਰਾਂ ਦੇ ਚਰਨ ਧੋ ਕਰਕੇ ਚਰਨ ਅੰਮ੍ਰਿਤ, ਉਸ ਵੇਲੇ ਇਹੋ ਹੀ ਮਰਜ਼ਾਦਾ ਸੀ। ਜਿਹੜਾ ਵੀ ਮਹਾਰਾਜ ਤੋਂ ਸਿੱਖੀ ਧਾਰਨ ਕਰਦਾ ਅੰਮ੍ਰਿਤ ਛਕਾਉਂਦੇ ਸਨ, ਉਦੋਂ ਮਰਜ਼ਾਦਾ ਸੀ। ਗੁਰੂ ਦੇ ਚਰਨ ਧੋ ਕਰਕੇ ਉਹ ਛਕਾਏ ਜਾਂਦੇ ਸਨ। ਚਰਨਾਮ੍ਰਿਤ ਸਿੱਖਾ ਪੀ ਲਾਇਆ। ਸਗਲ ਨਗਰ ਕੀਰਤਨ ਧੁਨ ਹੋਏ। ਭਾਈ ਸਾਰੇ ਗੋਇੰਦਵਾਲ ਦੀ ਨਗਰੀ ਵਿੱਚ ਜਿੱਥੇ ਕਿੱਥੇ ਜਸ ਹੋ ਰਿਹਾ, ਕੀਰਤਨ ਹੋ ਰਿਹਾ ਹੈ। ਵਾਹਿਗੁਰੂ ਸਿਮਰਹਿ ਸਭ ਕੋਏ। ਸਭ ਸੰਗਤਾਂ ਵਾਹਿਗੁਰੂ ਵਾਹਿਗੁਰੂ ਜੀ ਦਾ ਸਿਮਰਨ ਕਰਦੀਆਂ ਹਨ। ਤਿਸ ਦਿਨ ਤੇ ਮੇਲੇ ਕੀ ਰੀਤ। ਉਸ ਦਿਨ ਤੋਂ ਗੁਰੂ ਘਰ ਦੇ ਵਿੱਚ ਇਹ ਜਿਹੜਾ ਮੇਲਾ ਸੀ, ਸੰਗਤਾਂ ਦਾ ਮੇਲ, ਇਹ ਇਕੱਠ ਜਿਹੜਾ ਸੀ ਇਹ ਹੋਣਾ ਸ਼ੁਰੂ ਹੋ ਗਿਆ। ਕਰੀ ਬਿਦਤ ਗੁਰ ਹੋਏ ਅਬ ਨੀਤ। ਤਾਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਪ੍ਰਗਟ ਕਰਕੇ ਕਿਹਾ ਵੀ ਨਿਤ ਹੀ ਤੂੰ ਹਰ ਸਾਲ ਇਸੇ ਤਰ੍ਹਾਂ ਹੀ ਮੇਲਾ ਹੋਇਆ ਕਰੇਗਾ। ਪਿਖ ਪ੍ਰਭਾਉ ਸਤਿਗੁਰ ਵਡਿਆਈ। ਹੁਣ ਮੇਰੇ ਸਤਿਗੁਰਾਂ ਦਾ ਪ੍ਰਭਾਵ, ਐਡੀ ਵੱਡੀ ਵਡਿਆਈ, ਸੰਗਤਾਂ ਦਾ ਇਕੱਠ ਜਦੋਂ ਦੇਖਿਆ। ਨਿੰਦਕ ਦੁਸ਼ਟ ਮਹਾ ਦੁਖ ਪਾਈ। ਜਿਹੜੇ ਨਿੰਦਕ ਲੋਕ ਸਨ, ਦੁਸ਼ਟ ਲੋਕ ਸਨ, ਪਾਪੀ, ਗੁਰੂ ਘਰ ਦਾ ਬੁਰਾ ਚਿਤਵਣ ਵਾਲੇ, ਈਰਖਾਲੂ, ਉਹਨਾਂ ਨੂੰ ਬੜਾ ਦੁੱਖ ਹੋਇਆ। ਮੇਲਾ ਵਿਛੁਰੇ ਪੁਰ ਪੁਰ ਗਏ। ਹੁਣ ਮੇਲਾ ਜਿਸ ਵੇਲੇ ਸੰਪੂਰਨ ਹੋਇਆ, ਸੰਗਤਾਂ ਆਪੋ ਆਪਣੇ ਪੁਰੀਆਂ ਵਿੱਚ ਚਲੀਆਂ ਗਈਆਂ। ਗੁਰੂ ਬਿਰਤਾਂਤ ਸੁਨਾਵਤ ਭਏ। ਜਿੱਥੇ ਕਿਥੇ ਵੀ ਗਏ ਹਨ, ਗੁਰੂ ਸਾਹਿਬ ਦਾ ਪ੍ਰਸੰਗ ਸੁਣਾਇਆ ਸਭ ਨੂੰ। ਪੰਥ ਨਵੀਨ ਪ੍ਰਕਾਸ਼ਨ ਕਰਿਓ। ਤੋ ਸਭਨਾਂ ਵਿੱਚ ਭਾਈ ਗੁਰੂ ਸਾਹਿਬ ਨੇ ਗੁਰਸਿੱਖੀ ਦਾ ਨਵਾਂ ਪੰਥ ਪ੍ਰਗਟ ਕੀਤਾ ਹੈ। ਭੇਦ ਵਰਨ ਜਾਤੀ ਪਰ ਹਰਿਓ। ਤੇ ਇਹ ਜਿਹੜੇ ਜਨੂਨੀ ਲੋਕ ਸਨ, ਸੋ ਇਹ ਸੋਚਦੇ ਨੇ, ਕਹਿੰਦੇ ਮਹਾਰਾਜ ਨੇ ਦੇਖੋ ਜਾਤੀ ਵਰਨ ਦਾ ਭੇਦ ਹੀ ਮੇਟ ਦਿੱਤਾ। ਬ੍ਰਾਹਮਣ ਦੀ ਊਚਤਾਈ ਤੇ ਆਪਣਾ ਜਿਹੜਾ ਸ਼ੂਦਰ ਹੈ, ਇਹਨਾਂ ਨੂੰ ਇਕੱਠਿਆਂ ਨੂੰ ਬਿਠਾ ਦਿੱਤਾ ਜੀ। ਇਹ ਤੇ ਬਹੁਤ ਧਰਮ ਦੇ ਉਲਟ ਗੱਲ ਕਰਤੀ ਮਹਾਰਾਜ ਨੇ। ਇਉਂ ਲੋਕ ਕਰਨ ਲੱਗੇ ਇਹ ਜਿਹੜੇ ਦੁਸ਼ਟ ਸਨ। ਚਤੁਰ ਵਰਨ ਇੱਕ ਦੇਗ ਆਹਾਰਾ। ਲਓ ਜੀ, ਚਾਰੇ ਵਰਨਾਂ ਨੂੰ ਕਹਿੰਦੇ ਇੱਕੋ ਹੀ ਪੰਗਤ ਵਿੱਚ ਲੰਗਰ ਛਕਾਇਆ ਜਾਂਦਾ। ਇਹ ਕਹਿੰਦੇ ਕੈਸੀ ਮਰਜ਼ਾਦਾ ਮਹਾਰਾਜ ਨਵੀਂ ਤੋਰ ਦਿੱਤੀ। ਇਸ ਗੱਲ ਤੋਂ ਦੁਖੀ ਹੋ ਗਏ ਬ੍ਰਾਹਮਣ ਲੋਕ। ਇੱਕ ਸਮ ਸੇਵਹਿ ਧਰ ਔਰ ਪਿਆਰਾ। ਤੇ ਪ੍ਰੇਮ ਧਾਰ ਕੇ ਸਾਰਿਆਂ ਦੀ ਇੱਕੋ ਜੀ ਸੇਵਾ ਕਰਦੇ ਨੇ। ਜੇ ਅਸੀਂ ਸ਼ੂਦਰ ਦਾ ਅਸੀਂ ਪਰਛਾਵਾਂ ਨਹੀਂ ਲੈਂਦੇ, ਮਹਾਰਾਜ ਬਰਾਬਰ ਬਿਠਾਉਂਦੇ ਆ। ਚਰਨ ਅੰਮ੍ਰਿਤ ਕੋ ਦੇ ਸਿੱਖ ਕਰੈ। ਤੇ ਚਰਨ ਅੰਮ੍ਰਿਤ ਪਿਆ ਕੇ ਸਿੱਖ ਬਣਾਉਂਦੇ ਮਹਾਰਾਜ। ਵਾਹਿਗੁਰੂ ਸਿਮਰਨ ਹਿਤ ਧਰੈ। ਤੇ ਸਿਮਰਨ ਵਾਸਤੇ ਵਾਹਿਗੁਰੂ ਮੰਤਰ ਬਖਸ਼ਿਸ਼ ਕਰਦੇ ਹਨ। ਸੁਨ ਖਤਰੀ ਦਿਜ ਗਨ ਅਗਿਆਨੀ। ਇਹ ਅਗਿਆਨੀ ਲੋਕ ਜੋ ਬ੍ਰਾਹਮਣ ਤੇ ਖੱਤਰੀ ਲੋਕ ਸਨ, ਪਰਮੇਸ਼ਵਰ ਦਾ ਗਿਆਨ ਤਾਂ ਹੈ ਨਹੀਂ, ਸਿਰਫ ਆਪਣੀ ਸ਼ਰਾਬੰਦੀ ਦੇ ਵਿੱਚ ਵੱਜੇ ਹੋਏ ਨੇ। ਪਰਮ ਅਭਗਤ ਜਾਤ ਅਬਮਾਨੀ। ਜਾਤੀ ਦਾ ਹੀ ਮਾਣ ਹੈ ਇਹਨਾਂ ਨੂੰ, ਹੈਗੇ ਅਭਗਤ, ਭਗਤੀ ਤੋਂ ਹੀਣੇ ਹਨ। ਜਰ ਹੈ ਨਾ ਗੁਰ ਕੀ ਸਿਫਤ ਉਦਾਰਾ। ਐਡੀ ਸ੍ਰੇਸ਼ਟ ਮੇਰੇ ਸਤਿਗੁਰਾਂ ਦੀ ਸਿਫਤ ਨੂੰ ਜਰ ਨਹੀਂ ਸਕਦੇ ਦੇਖ ਕੇ। ਕਹੇ ਸੋ ਕਿਆ ਪਰਪੰਚ ਪਸਾਰਾ। ਤੇ ਇਹ ਦੇਖ ਕਰਕੇ ਤੇ ਇਸ ਤਰ੍ਹਾਂ ਕਹਿੰਦੇ ਨੇ ਮਹਾਰਾਜ ਨੇ ਕਾਹਦਾ ਜਿਹਨੇ ਪ੍ਰਪੰਚ ਕਦ ਖਿਲਾਰਿਆ ਹੋਇਆ ਹੈ। ਇੱਕ ਦਿਨ ਮਿਲ ਸਭ ਮਸਲਤ ਕਰੀ। ਇੱਕ ਦਿਨ ਇਕੱਠੇ ਹੋ ਗਏ, ਸਲਾਹ ਇਹਨਾਂ ਨੇ ਕਰ ਲਈ ਹੈ। ਇਹ ਤੋਂ ਰੀਤ ਬੁਰੀ ਜਗ ਪਰੀ। ਕਹਿੰਦੇ ਇਹ ਤਾਂ ਦੁਨੀਆ ਵਿੱਚ ਮਾੜੀ ਰੀਤ ਚਲਾਤੀ ਮਹਾਰਾਜ ਨੇ। ਅਬ ਦਿਜ ਕੋ ਨਹਿ ਮਾਨਹਿ ਕੋਏ। ਤਾਂ ਹੁਣ ਗੱਲ ਕੀ ਸੀ? ਕਹਿੰਦੇ ਹੁਣ ਬ੍ਰਾਹਮਣਾਂ ਦੀ ਪੂਜਾ ਨਹੀਂ ਹੋਣੀ, ਹੁਣ ਸਾਨੂੰ ਭੇਟਾ ਕੌਣ ਚੜਾਇਆ ਕਰੂ, ਅਸੀਂ ਕਿੱਥੋਂ ਜਜਮਾਨਾਂ ਤੋਂ ਪੂਜਾ ਲਵਾਂਗੇ। ਖੱਤਰੀ ਧਰਮ ਨਸ਼ਟ ਸਭ ਹੋਏ। ਸਾਡਾ ਖੱਤਰੀਆਂ ਦਾ ਧਰਮ ਤਾਂ ਨਾਸ ਹੀ ਕਰ ਦਿੱਤਾ ਮਹਾਰਾਜ ਨੇ। ਚਤੁਰ ਵਰਨ ਕੋ ਇੱਕ ਮਤ ਕਰਿਓ। ਚਾਰ ਵਰਣ ਮੰਨੇ ਹੋਏ ਨੇ ਕਹਿੰਦੇ,
ਤੇ ਮਹਾਰਾਜ ਨੇ ਸਾਰੇ ਇੱਕ ਬਣਾ ਦਿੱਤੇ ਨੇ, ਅੰਮ੍ਰਿਤ ਛਕਾਉਂਦੇ ਨੇ ਤੇ ਸਾਰਿਆਂ ਨੂੰ ਇੱਕੋ ਜਿਹਾ ਬਣਾ ਦਿੰਦੇ ਆ। ਭ੍ਰਿਸ਼ਟ ਹੋਏ ਜਗ ਧਰਮ ਪਰ ਹਰਿਓ, ਤੇ ਕਹਿੰਦੇ ਹਿੰਦੂ ਧਰਮ ਹੀ ਛੱਡਦਾ, ਸੰਸਾਰ ਭ੍ਰਿਸ਼ਟ ਹੋ ਗਿਆ ਇਹ ਤਾਂ। ਇੱਕ ਥਲ ਭੋਜਨ ਸਭ ਕੋ ਖਾਈ, ਤੇ ਸਾਰਿਆਂ ਨੂੰ ਇੱਕੋ ਜਗ੍ਹਾ ਤੇ ਕਹਿੰਦੇ ਭੋਜਨ ਛਕਾ ਦਿੰਦੇ। ਅਸੀਂ ਬ੍ਰਾਹਮਣ ਨੂੰ ਚੌਂਕਾ ਪਾ ਕੇ ਬਿਠਾਉਨੇ ਆ, ਸ਼ੂਦਰ ਨੂੰ ਬਾਹਰ ਬਿਠਾਉਨੇ ਆ, ਤੇ ਮਹਾਰਾਜ ਨੇ ਕਹਿੰਦੇ ਸਾਰੇ ਇਕੱਠੇ ਕਰਤੇ ਆ। ਸ਼ੰਕਰ ਵਰਨ ਪ੍ਰਜਾ ਅਬ ਭਈ, ਹੁਣ ਤਾਂ ਕਹਿੰਦੇ ਇਹ ਸਾਰੀ ਪ੍ਰਜਾ ਜਿਹੜੀ ਆ ਇਹ ਤੇ ਸ਼ੰਕਰ ਵਰਨ ਹੋ ਗਈ। ਕਹਿੰਦੇ ਧਰਮ ਹੀ ਸਾਡਾ ਭ੍ਰਿਸ਼ਟ ਕਰਤਾ। ਦੇਵ ਪਿਤਰ ਕੀ ਮਨਤਾ ਛੋਰੀ, ਸੋ ਕਹਿੰਦੇ ਨੇ ਇਸ ਪ੍ਰਕਾਰ ਪਿਤਰਾਂ ਦੀ ਮੰਨਤਾ, ਦੇਵਤਿਆਂ ਦੀ ਮੰਨਤਾ ਤੇ ਪੂਜਾ ਹੀ ਛੱਡ ਦਿੱਤੀ। ਮਹਾਰਾਜ ਘਰ ਆਉਂਦੇ ਹੀ ਨਹੀਂ ਕਿਸੇ ਦੀ। ਸਭ ਮਰਿਆਦ ਜਗਤ ਕੀ ਤੋਰੀ, ਇਹ ਜਗਤ ਦੀ ਮਰਜ਼ਾਦਾ ਬਣੀ ਹੋਈ ਸੀ ਸਾਡੀ, ਇਹ ਮਹਾਰਾਜ ਨੇ ਤੋੜ ਦਿੱਤੀ ਐ। ਅਬ ਉਪਾਏ ਇੱਕ ਕਰਨ ਪੁਕਾਰ, ਕਹਿੰਦੇ ਹੁਣ ਤੇ ਸਾਡੇ ਕੋਲ ਇੱਕੋ ਹੀ ਯਤਨ ਰਹਿ ਗਿਆ ਹੈ, ਭਾਈ ਬਾਦਸ਼ਾਹ ਦੇ ਕੋਲ ਗੁਰੂ ਦੇ ਖਿਲਾਫ ਪੁਕਾਰ ਕਰੀਏ ਜਾ ਕੇ। ਵਰਜਹ ਪਾਤ ਸ਼ਾਹੇ ਇਸ ਢਾਰ, ਤੋ ਇਹ ਜਿਹੜਾ ਮਹਾਰਾਜ ਨੇ ਢਾਲ ਤਰੀਕਾ ਵਰਤਿਆ ਨਾ ਗੁਰਸਿੱਖੀ ਦਾ, ਇਹਨੂੰ ਬਾਦਸ਼ਾਹ ਨੂੰ ਬੇਨਤੀ ਕਰੀਏ, ਉਹ ਇਹਨਾਂ ਰੋਕਣ ਮਹਾਰਾਜ ਨੂੰ। ਇਮ ਮਸਲਤ ਕਰ ਇਕੱਠੇ ਹੋਏ ਕੈ, ਇਹੋ ਕਹਿੰਦੇ ਆਪ ਮਸ਼ਵਰਾ ਸਲਾਹ ਕੀਤੀ ਤੇ ਇਕੱਠੇ ਹੋ ਗਏ ਇਹ ਬ੍ਰਾਹਮਣ ਤੇ ਖੱਤਰੀ ਲੋਕ। ਜਿਜ ਖੱਤਰੀ ਮੁਖ ਅਤ ਦੁਖ ਪੈ ਕੈ, ਤੋ ਕਹਿੰਦੇ ਨੇ ਜਿਹੜੇ ਮੁਖੀ ਸਨ ਇਹਨਾਂ ਦੇ ਮੋਢੀ ਲੋਕ, ਉਹ ਕਹਿੰਦੇ ਬੜਾ ਭਾਰੀ ਦੁਖੀ ਹੋ ਕਰਕੇ ਇਕੱਠੇ ਹੋਏ ਹਨ। ਲਵਪੁਰ ਗਏ ਫਿਰਾਦੀ ਸਾਰੇ ਇਕੱਠੇ ਹੋ ਕਰਕੇ ਲਾਹੌਰ ਦੇ ਵਿੱਚ ਸੋ ਬਾਦਸ਼ਾਹ ਅਕਬਰ ਦੀ ਕਚਹਿਰੀ ਵਿੱਚ ਜਾ ਕੇ ਫਰਿਆਦੀ ਹੋ ਗਏ ਹਨ। ਢਿੱਗ ਅਕਬਰ ਕੇ ਜਾਏ ਪੁਕਾਰੇ, ਅਕਬਰ ਬਾਦਸ਼ਾਹ ਦੇ ਕੋਲ ਜਾ ਕੇ ਨੇ ਪੁਕਾਰ ਕੀਤੀ ਹੈ। ਤੁਮ ਮਰਿਆਦਾ ਰਾਖਨ ਹਾਰੇ, ਦੇਖੋ ਜੀ ਬਾਦਸ਼ਾਹ ਸਲਾਮਤ, ਤੁਸੀਂ ਸਾਡੀ ਮਰਜ਼ਾਦਾ ਬਚਾਉਣ ਵਾਲੇ ਹੋ। ਇਹ ਤਾਂ ਕਿਹਾ ਗਿਆ ਹੈ ਜਦੋਂ ਕਿਸੇ ਦੀ ਕੋਈ ਪੇਸ਼ ਨਾ ਜਾਏ ਤੇ ਉਹ ਫਿਰ ਇਉਂ ਕਰਦਾ ਹੈ, ਭਈ ਇਹ ਜਿਹੜੇ ਰਾਜਨੀਤਿਕ ਲੋਕ ਹਨ ਇਹਨਾਂ ਨੂੰ ਗਲ ਪਵਾਓ ਇਹਨਾਂ ਦੇ। ਬਿਗਰਤ ਕੋ ਜਗ ਦੇਤ ਸੁਧਾਰੇ, ਤੇ ਤੁਸੀਂ ਮਹਾਰਾਜ ਜੱਗ ਨੂੰ ਵਿਗੜਦੇ ਹੋ ਸੁਧਾਰ ਸਕਦੇ ਹੋ। ਗੋਇੰਦਵਾਲ ਅਮਰ ਗੁਰ ਹੋਵਾ, ਦੇਖੋ ਜੀ ਗੁਰੂ ਅਮਰਦਾਸ ਮਹਾਰਾਜ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਗੁਰੂ ਹੋਏ ਨੇ। ਭੇਦ ਬਰਨ ਚਾਰਹੋਂ ਕਾ ਖੋਵਾ, ਉਹਨਾਂ ਨੇ ਚਾਰੇ ਹੀ ਵਰਨਾਂ ਦਾ ਜਿਹੜਾ ਭੇਦ ਫਰਕ ਸੀ ਮੇਟ ਦਿੱਤਾ ਮਹਾਰਾਜ ਨੇ। ਰਾਮ ਗਾਇਤਰੀ ਮੰਤਰ ਨਾ ਜਪੈ, ਨਾ ਰਾਮ ਦਾ ਨਾਮ ਜਾਂ ਗਾਇਤਰੀ ਮੰਤਰ ਮਹਾਰਾਜ ਜਪਦੇ ਜਪਾਉਂਦੇ ਨਹੀਂ ਹਨ। ਵਾਹਿਗੁਰੂ ਕੀ ਥਾਪਨ ਥਪੈ, ਤੇ ਵਾਹਿਗੁਰੂ ਜੀ ਦਾ ਮੰਤਰ ਸਥਾਪਨ ਕਰ ਦਿੱਤਾ ਸੰਗਤਾਂ ਵਿੱਚ। ਜੁਗ ਚਾਰਹੁ ਮਹਿ ਕਹੀ ਨਾ ਹੋਈ, ਭਾਈ ਤੇ ਚਾਰ ਯੁੱਗਾਂ 'ਚ ਗੱਲ ਹੀ ਨਹੀਂ ਹੋਈ ਹੈ। ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ। ਭਾਈ ਰੱਬ ਦੀ ਦਾਤ ਹੈ, ਹੁਣੀ ਕਿੱਦਾਂ ਸੀ ਪਰਮੇਸ਼ਰ ਨੇ ਕਰਨੀ ਸੀ, ਕਰ ਦਿੱਤੀ ਹੈ। ਜਿਮ ਮਰਿਆਦ ਬਿਗਾਰੀ ਸੋਈ, ਕਹਿੰਦੇ ਦੇਖੋ ਜੀ ਸਾਡੀ ਹਿੰਦੂ ਧਰਮ ਦੀ ਮਰਜ਼ਾਦਾ ਵਿਗਾੜ ਦਿੱਤੀ ਮਹਾਰਾਜ ਨੇ। ਸਿਰਤ ਸਿਮਰਤ ਕੇ ਰਾਹੋ ਨਾ ਚਾਲੇ, ਜੋ ਸਾਡੇ ਸਿਮਰਤੀਆਂ ਨੇ ਸੁਰਤੀਆਂ ਮਨਾਂ ਤੋਂ ਵੇਦ ਕਹੀਦਾ ਹੈ, ਸਿਮਰਤੀਆਂ ਆਦਿਕ ਪੁਰਾਣਾ ਦੀ ਮਰਜ਼ਾਦਾ ਦੇ ਰਸਤੇ ਨਹੀਂ ਚੱਲਦੇ ਹਨ। ਮਨ ਕੋ ਮਤ ਕਰ ਭਏ ਨਿਰਾਲੇ, ਤੇ ਆਪਣੇ ਕਹਿੰਦੇ ਮਨ ਦੀ ਮਤ ਕਰਕੇ ਸਾਡੇ ਤੋਂ ਵੱਖਰੇ ਹੋ ਗਏ। ਇਹ ਬੜਾ ਦੁੱਖ ਹੈ ਸਾਨੂੰ। ਇਹ ਅਕਬਰ ਬਾਦਸ਼ਾਹ ਦੇ ਕੋਲ ਲਾਹੌਰ ਵਿੱਚ ਜਾ ਕੇ ਇਹਨਾਂ ਨੇ ਫਰਿਆਦ ਮੁਕੱਦਮਾ ਕਰਤਾ ਗੁਰੂ ਘਰ ਦੇ ਉੱਤੇ। ਹਮਰੀ ਕਰੋ ਅਦਾਲਤ ਇਹੀ, ਇਸ ਵਾਸਤੇ ਹੀ ਸਾਡੀ ਅਦਾਲਤ ਕਰੋ, ਸਾਡਾ ਫੈਸਲਾ ਇਹ ਕਰੋ। ਦ੍ਰਿੜ ਹੋਏ ਧਰਮ ਸੋ ਰਾਜ ਬਰਦਹੀ, ਤੋ ਸਾਡਾ ਧਰਮ ਪੱਕਾ ਹੋ ਗਿਆ, ਤੁਹਾਡਾ ਰਾਜ ਕਹਿੰਦੇ ਵੱਧ ਜਾਊਗਾ। ਅਸ਼ੀਰਵਾਦ ਦਿੰਦੇ ਨੇ ਅਕਬਰ ਨੂੰ। ਪਸਰ ਜਾਏ ਸਭ ਜਗਤ ਵਿਸਾਲਾ, ਤੁਹਾਡਾ ਰਾਜ ਜੀ ਸਾਰੀ ਦੁਨੀਆ 'ਚ ਫੈਲ ਜਾਊਗਾ, ਤੁਸੀਂ ਸਾਡੇ ਹੱਕ ਵਿੱਚ ਫੈਸਲਾ ਦਿਓ। ਪੁਨ ਮੁਸ਼ਕਲ ਇਹੋ ਟਲਹਿ ਨ ਟਾਲਾ, ਤੋ ਇਸ ਪ੍ਰਕਾਰ ਜੇ ਹੁਣ ਨਾ ਤਾਂ ਤੁਸੀਂ ਕੀਤਾ, ਸਾਡੀ ਮੁਸ਼ਕਲ ਫਿਰ ਟਲਣੀ ਨਹੀਂ ਹੈ। ਇਹ ਜਿਹੜੇ ਵੱਧ ਗਈ ਗੱਲ ਤਾਂ ਸੁਨ ਅਕਬਰ ਨੇ ਦੀਨ ਦਿਲਾਸਾ, ਅਕਬਰ ਨੇ ਹੌਸਲਾ ਦਿੱਤਾ, ਕਿਉਂਕਿ ਰਾਜਨੀਤਿਕ ਲੋਕਾਂ ਨੇ ਰਾਜ ਕਰਨਾ ਹੈ। ਇਸ ਵਾਸਤੇ ਉਹਨਾਂ ਨੇ ਹੌਸਲਾ ਦਿੱਤਾ ਅਕਬਰ ਨੇ ਇਹਨਾਂ ਨੂੰ। ਕਰਹੁ ਨਿਆਉ ਰਾਖੋ ਪਰਵਾਸਾ, ਕਹਿੰਦੇ ਭਰੋਸਾ ਰੱਖੋ ਵੀ ਤੁਹਾਡਾ ਇਨਸਾਫ ਕਰਾਂਗੇ ਅਸੀਂ, ਫਿਕਰ ਨਾ ਕਰੋ। ਤਿਨ ਕੋ ਇਸ ਥਲ ਲਹਿ ਬੁਲਾਈ, ਇਦਾਂ ਕਰਾਂਗੇ ਆਪਾਂ ਕਿ ਮਹਾਰਾਜ ਨੂੰ ਇੱਥੇ ਬੁਲਾ ਲਾਂਗੇ ਅਸੀਂ। ਸਭ ਬਿਦ ਬੁਝੈ ਵਿੱਚ ਸਮੁਦਾਈ, ਤੇ ਸਾਰੇ ਇਸ ਪ੍ਰਕਾਰ ਸਾਰਿਆਂ ਦੇ ਵਿੱਚ ਅਦਾਲਤ ਦੇ ਵਿੱਚ ਸਾਰੀ ਗੱਲ ਅਸੀਂ ਪੁੱਛਾਂਗੇ, ਤੁਹਾਨੂੰ ਵੀ ਪੁੱਛਾਂਗੇ ਤੇ ਗੁਰੂ ਸਾਹਿਬ ਤੋਂ ਵੀ ਪੁੱਛਾਂਗੇ। ਆਪਣੀ ਬਾਤ ਤਬਹਿ ਤੁਮ ਕਹੋ, ਆਪਣੀ ਗੱਲ ਫਿਰ ਤੁਸੀਂ ਸਾਹਮਣੇ ਕਰਿਓ। ਹੁਣ ਕਹਿੰਦੇ ਕੱਲਿਆਂ ਦੀ ਗੱਲ ਕਿੱਦਾਂ ਮੈਂ ਸੁਣ ਲਵਾਂ। ਕਹਿੰਦੇ ਕਿਉਂਕਿ ਅਕਬਰ ਜਿਹੜਾ ਸੀ ਸ਼ਰਧਾਲੂ ਸੀ ਮੇਰੇ ਸਤਿਗੁਰਾਂ ਦਾ। ਦੋਨੋਂ ਕੀ ਸੁਨ ਹੈ ਜਿਮ ਲਹੋ, ਤੋ ਇਸ ਪ੍ਰਕਾਰ ਦੋਨਾਂ ਦੀ ਗੱਲ ਸੁਣਾਂਗੇ, ਫਿਰ ਅਸੀਂ ਜਿਵੇਂ ਜਾਣਾਂਗੇ ਫੈਸਲਾ ਦਵਾਂਗੇ। ਝੂਠ ਸਾਚ ਤਬ ਕਰਹਿ ਨਿਤਾਰਾ, ਜੋ ਸੱਚ ਝੂਠ ਹੈ ਨਾ ਗੱਲ, ਹੁਣ ਤੁਹਾਡੀ ਗੱਲ ਸੱਚੀ ਹੈ ਕਿ ਝੂਠੀ, ਉਦੋਂ ਅਸੀਂ ਨਿਤਾਰਾ ਫੈਸਲਾ ਕਰਾਂਗੇ। ਸੁਨ ਕੇ ਸਭ ਸੰਵਾਦ ਤੁਮਾਰਾ, ਤੁਹਾਡਾ ਸਾਰਾ ਹੀ ਸੰਵਾਦ
ਝਗੜਾ ਵਿਚਾਰ ਵਟਾਂਦਰਾ ਸੁਣ ਕੇ ਫੈਸਲਾ ਕਰਾਂਗੇ। ਕਰੋ ਅਦਾਲਤ ਨੀਕੇ ਬੈਸ, ਤੋ ਭਲੀ ਪ੍ਰਕਾਰ ਬੈਠ ਕੇ ਤੋ ਸੋਹਣੀ ਅਦਾਲਤ ਕਰਾਂਗੇ, ਫੈਸਲਾ ਕਰਾਂਗੇ। ਬਹੁਪੁਰ ਕੇ ਮੁਖ ਮੁਖ ਤੁਮ ਹੈਸ, ਕਿਉਂਕਿ ਤੁਸੀਂ ਬਹੁਤ ਨਗਰਾਂ ਦੇ ਮੁਖੀ ਲੋਕ ਇਕੱਠੇ ਹੋ ਕੇ ਆਏ ਹੋ। ਇਮ ਸੁਨ ਸਗਰੇ ਲਵ ਪਰ ਰਹੇ, ਇਉਂ ਸੁਣ ਕਰਕੇ ਕਹਿੰਦੇ ਠੀਕ ਆ ਜੀ, ਅਸੀਂ ਲਾਹੌਰ ਵਿੱਚ ਟਿਕ ਜਾਂਦੇ ਆ, ਤੇ ਤੁਸੀਂ ਵੀ ਮਹਾਰਾਜ ਨੂੰ ਬੁਲਾ ਲਓ ਤੇ ਸਾਡਾ ਫੈਸਲਾ ਕਰੋ। ਗੁਰ ਕੋ ਮਤ ਮੋਰ ਹੈ ਚਿਤ ਚਾਹੇ, ਇਸ ਪ੍ਰਕਾਰ ਗੁਰੂ ਪਾਤਸ਼ਾਹ ਜਿਹੜਾ ਮਤ ਹੈ ਨਾ, ਉਹ ਸਾਡੀ ਇੱਛਾ ਵੀ ਇਹਨੂੰ ਤੁਸੀਂ ਮੋੜ ਦਿਓ, ਰੋਕ ਦਿਓ। ਜਜ ਖੱਤਰੀ ਸੋ ਜਾਤ ਅਭਿਮਾਨੀ, ਇਹ ਖੱਤਰੀ ਤੇ ਬ੍ਰਾਹਮਣ ਲੋਕ ਜਿਨ੍ਹਾਂ ਨੂੰ ਜਾਤ ਦਾ ਹੰਕਾਰ ਹੈ ਵੀ ਸਾਡੀ ਜਾਤ ਉੱਚੀ ਹੈ, ਭਏ ਇਕੱਤਰ ਦੁਰਜਨ ਅਨਜਾਨੀ, ਇਹ ਅਣਜਾਣ ਨੇ ਤੇ ਖੋਟੀ ਸੋਚ ਵਾਲੇ ਦੁਰਜਨ ਖੋਟੇ ਲੋਕ ਨੇ। ਅਣਜਾਣ ਪੁਣੇ ਵਿੱਚ ਇਕੱਠੇ ਹੋ ਕੇ ਗੁਰੂ ਤੇ ਸ਼ਿਕਾਇਤਾਂ ਕਰਦੇ ਆ। ਕੇਤਕ ਦਿਨ ਮਹਿ ਅਕਬਰ ਸ਼ਾਹੂ, ਕਿੰਨੇ ਕੁ ਦਿਨਾਂ ਤੋਂ ਬਾਅਦ ਬਾਦਸ਼ਾਹ ਅਕਬਰ ਨੇ ਲਿਖ ਪਰਵਾਨਾ ਭੇਜਿਓ ਪਾਹੂ, ਆਪਣਾ ਪਰਵਾਨਾ ਲਿਖ ਕਰਕੇ ਸਤਿਗੁਰਾਂ ਦੇ ਪਾਸ ਭੇਜਿਆ ਹੈ। ਤੁਮ ਪਰ ਭਏ ਫਰਿਆਦੀ ਆਏ, ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਤੁਹਾਡੇ ਤੇ ਫਰਿਆਦੀ ਪੁਕਾਰੂ ਹੋ ਕੇ ਆਏ ਹਨ। ਬਹੁ ਪੁਰ ਕੇ ਨਰ ਹੋਵੇ ਸਮੁਦਾਏ, ਬਹੁਤ ਪਿੰਡਾਂ ਦੇ ਪੁਰੀਆਂ ਦੇ ਲੋਕ ਇਕੱਠੇ ਹੋ ਕਰਕੇ, ਸਮੁਦਾਇ ਇਕੱਠੇ ਹੋ ਕਰਕੇ ਪੁਕਾਰ ਕੀਤੀ ਹੈ। ਕਰੋ ਜਵਾਬ ਦੇਹੀ ਇਨ ਸੰਗ, ਤੇ ਕਿਰਪਾ ਕਰੋ ਮਹਾਰਾਜ, ਇੱਥੇ ਤੁਸੀਂ ਸੋ ਇਹਨਾਂ ਦੀ ਜਵਾਬਦੇਹੀ ਕਰੋ, ਜੋ ਸਵਾਲ ਕਰਦੇ ਉਹਨਾਂ ਜਵਾਬ ਦਿਓ, ਇਹਨਾਂ ਦੀ ਤਸੱਲੀ ਕਰੋ ਜੀ। ਨਾ ਤੁਰ ਇਨਕੇ ਚੱਲ ਹੋ ਢੰਗ, ਤੇ ਜਾਂ ਫਿਰ ਇਹਨਾਂ ਦੀ ਤਸੱਲੀ ਕਰੋ, ਤੇ ਜਾਂ ਜਿਵੇਂ ਇਹ ਕਹਿੰਦੇ ਫਿਰ ਉਵੇਂ ਤੁਸੀਂ ਚੱਲੋ ਜੀ। ਪਰਵਾਨਾ ਸਤਿਗੁਰ ਪਹਿ ਆਇਓ, ਮੇਰੇ ਸਤਿਗੁਰਾਂ ਦੇ ਕੋਲ ਅਕਬਰ ਦਾ ਸੁਨੇਹਾ ਆ ਗਿਆ। ਸੁਨਿਓ ਸ਼ਰਵਨ ਹਮ ਸਾਹੋ ਬੁਲਾਇਓ, ਤੋ ਮਹਾਰਾਜ ਨੇ ਸੁਣ ਲਿਆ ਕਿ ਸਾਨੂੰ ਬਾਦਸ਼ਾਹ ਅਕਬਰ ਨੇ ਬੁਲਾਇਆ ਹੈ। ਦੋਹਰਾ ਸੁਨ ਪਰਵਾਨਾ ਸਾਹੋ ਕੋ, ਜਦੋਂ ਬਾਦਸ਼ਾਹ ਅਕਬਰ ਦਾ ਕਹਿੰਦੇ ਇਹ ਪਰਵਾਨਾ ਸੁਣ ਲਿਆ ਮਹਾਰਾਜ ਨੇ, ਸਤਿਗੁਰ ਕਰਿਓ ਵਿਚਾਰ, ਗੁਰੂ ਸਾਹਿਬ ਨੇ ਮਨ 'ਚ ਵਿਚਾਰ ਕੀਤਾ ਹੈ। ਕੋ ਲਾਇਕ ਤਹ ਭੇਜਬੇ, ਮੇਰੇ ਸਤਿਗੁਰੂ ਜੀ ਪਾਤਸ਼ਾਹ ਨੇ ਸੋਚਿਆ ਆਪ ਤਾਂ ਕੀ ਜਾਣਾ ਹੈ, ਕੋਈ ਆਪਣਾ ਲਾਇਕ ਗੁਰਸਿੱਖ ਭੇਜਦੇ ਆ ਉੱਥੇ ਇਹਨਾਂ ਨੂੰ ਨਿਰੁੱਤਰ ਕਰਨ ਵਾਸਤੇ। ਬੋਲੇ ਸਭਾ ਮਝਾਰ, ਮੇਰੇ ਸਤਿਗੁਰੂ ਨੇ ਆਪਣੀ ਸਭਾ ਸੰਗਤ ਦੇ ਵਿੱਚ ਵਚਨ ਕੀਤਾ। ਚੌਪਈ ਅਜਰ ਜਰਨ ਅਰ ਚਤੁਰ ਮਹਾਨਾ, ਕਹਿੰਦੇ ਨੇ ਵੀ ਜਿਹੜਾ ਅਜਰ ਸ਼ਕਤੀ ਨੂੰ ਜਰ ਸਕੇ, ਹੌਸਲੇ ਵਾਲਾ ਹੋ ਤੇ ਗੱਲਬਾਤ ਕਰਨ ਵਿੱਚ ਸਿਆਣਾ ਚਤਰ ਜੋ ਹੋਵੇ ਉਹਨੂੰ ਭੇਜੀਏ। ਕਹਿਨ ਸੁਨਨ ਗਤ ਜਾਣਹਿ ਨਾਨਾ, ਤੇ ਜਿਹੜਾ ਕਹਿ ਵੀ ਸਕੇ, ਸੁਣ ਵੀ ਸਕੇ, ਅਨੇਕ ਪ੍ਰਕਾਰ ਦੀ ਗੱਲ ਸੁਣੇ ਤੇ ਸਿਆਣਪ ਦੇ ਨਾਲ ਵਿਚਾਰ ਕਰਕੇ ਉਸ ਦਾ ਜਵਾਬ ਦੇ ਸਕੇ। ਜਥਾ ਜੋਗ ਪ੍ਰਸ਼ਨੋਤਰ ਕਰੇ, ਜਿਵੇਂ ਜੋਗ ਹੋਵੇ ਸਵਾਲ ਜਵਾਬ ਕਰ ਸਕੇ ਉਹਨਾਂ ਦੇ ਨਾਲ। ਪੂਰੇ ਬਨਹਿ ਪੁਕਾਰ ਜੇ ਧਰੇ, ਜਿਹੜੇ ਪੁਕਾਰਾਂ ਕਰਦੇ ਨੇ ਉਹ ਝੂਠੇ ਹੋ ਜਾਣ, ਜਿਸ ਕਰਕੇ ਇਹੋ ਜਿਹਾ ਕੋਈ ਸਿੱਖ ਭੇਜੀਏ ਆਪਾਂ। ਸਭ ਬਿਦ ਕੋ ਲਾਇਕ ਮਨ ਜਾਣਾ, ਮਨ ਵਿੱਚ ਜਾਣਿਆ ਵੀ ਸਭ ਤਰੀਕਿਆਂ ਨਾਲ ਹੁਣ ਯੋਗ ਕੌਣ ਹੈ, ਇਹੋ ਵਿਚਾਰ ਕੇ ਸਤਿਗੁਰਾਂ ਨੇ ਰਾਮਦਾਸ ਗੁਣ ਮਨਹੁ ਖਜ਼ਾਨਾ, ਤੇ ਮਨ 'ਚ ਵਿਚਾਰ ਕੀਤਾ ਵੀ ਰਾਮਦਾਸ ਜੀ ਮਾਨੋ ਕਿ ਗੁਣਾਂ ਦੇ ਖਜ਼ਾਨੇ ਹੀ ਹਨ, ਕਿਉਂਕਿ ਅੰਤਰਜਾਮੀ ਸਤਿਗੁਰੂ ਜਾਣਦੇ ਨੇ ਤੇ ਧੁਰੋਂ ਹੀ ਇਹ ਸਾਰਾ ਪ੍ਰਬੰਧ ਕੀਤਾ ਵੀ ਅਗਲਾ ਗੁਰੂ ਕੌਣ ਹੋਣਾ ਹੈ। ਇਸ ਵਾਸਤੇ ਸੋ ਸਤਿਗੁਰੂ ਰਾਮਦਾਸ ਮਹਾਰਾਜ ਦੀ ਵਿਚਾਰ ਕੀਤੀ ਅਮਰਦਾਸ ਸਤਿਗੁਰਾਂ ਨੇ। ਨਿਕਟ ਹਕਾਰਿਓ ਲੀਨ ਬਿਠਾਏ, ਕੋਲ ਬੁਲਾ ਕਰਕੇ ਤੇ ਬਿਠਾ ਲਿਆ ਆਪਣੇ ਪਾਸ। ਹਿਤ ਸੋ ਨੀਕੇ ਤਿਹ ਸਮਝਾਏ, ਸੋਹਣੇ ਤਰੀਕੇ ਦੇ ਨਾਲ ਰਾਮਦਾਸ ਜੀ ਨੂੰ ਸਮਝਾਉਂਦੇ ਹਨ ਅਮਰਦਾਸ ਸਤਿਗੁਰੂ ਜੀ। ਇਹ ਸੁਤ ਦਿਜ ਖਤਰੀ ਕੁਲਵਾਨ, ਤੋ ਦੇਖੋ ਇਹ ਪੁੱਤਰ ਜੀ, ਸੋ ਇਹ ਬ੍ਰਾਹਮਣ ਤੇ ਖੱਤਰੀ ਲੋਕ ਜਿਹੜੇ ਆਪਣੀ ਉੱਚੀ ਕੁਲ ਮੰਨਦੇ ਆ, ਗਏ ਪੁਕਾਰੂ ਜਾਤ ਗੁਮਾਨ, ਇਹ ਪੁਕਾਰੂ ਹੋ ਕਰਕੇ ਬਾਦਸ਼ਾਹ ਦੇ ਕੋਲ ਗਏ ਹਨ, ਗੁਮਾਨੀ ਹੰਕਾਰੀ ਹਨ। ਪੁੱਤਰ ਇਸ ਲਈ ਕਿਹਾ ਹੈ ਕਿਉਂਕਿ ਸੋ ਆਪਣੀ ਬੇਟੀ ਦੀ ਸ਼ਾਦੀ ਕੀਤੀ ਹੋਈ ਹੈ ਮਹਾਰਾਜ ਦੇ ਨਾਲ। ਹਮ ਕੋ ਦੇਖ ਸਕਹਿ ਨਹਿ ਸੋਏ, ਹੁਣ ਇਹ ਜਾਤ ਅਭਿਮਾਨੀ ਲੋਕ ਨਾ ਸਾਨੂੰ ਜਰ ਨਹੀਂ ਸਕਦੇ, ਵੇਖ ਨਹੀਂ ਸਕਦੇ ਹਨ। ਅਗਿਆਨੀ ਮਤ ਮੂਰਖ ਹੋਏ, ਇਹ ਅਗਿਆਨੀ ਲੋਕ ਮਤ ਦੇ ਮੂਰਖ ਹਨ। ਬਹੁ ਪੁਰ ਕੇ ਮਿਲ ਗਏ ਫਰਿਆਦੀ, ਇਹ ਬਹੁਤ ਪੁਰੀਆਂ ਦੇ ਇਕੱਠੇ ਹੋ ਕੇ ਲੋਕ ਤੋ ਫਰਿਆਦੀ ਹੋਏ ਨੇ ਜਾ ਕੇ। ਮਤ ਸਰ ਕਰ ਮਿਥਿਆ ਅਪਵਾਦੀ, ਤੋ ਕਹਿੰਦੇ ਨੇ ਈਰਖਾ ਕਰਦੇ ਗੁਰੂ ਘਰ ਦੇ ਨਾਲ, ਤੇ ਇਸ ਪ੍ਰਕਾਰ ਅਪਵਾਦੀ ਝਗੜਾਲੂ ਬਣੇ ਹਨ। ਗੁਰੂ ਘਰ ਦੇ ਖਿਲਾਫ ਜਾ ਕੇ ਪੁਕਾਰ ਕੀਤੀ ਹੈ ਇਹਨਾਂ ਲੋਕਾਂ ਨੇ। ਬੀਚ ਕਚਹਿਰੀ ਕੇ ਸੰਵਾਦ, ਤੋ ਕਚਹਿਰੀ ਦੇ ਵਿੱਚ ਦੁਨੀਆ ਦੇ ਸਾਹਮਣੇ
ਵਿਚਾਰ ਵਟਾਂਦਰਾ ਜੋ ਹੋਣਾ, ਸੰਵਾਦ ਹੋਣਾ ਹੈ, ਕਹਿ ਕਹਿ ਜੀਤੋ ਧਰ ਅਹਿਲਾਦ। ਤੁਸੀਂ ਆਨੰਦ ਦੇ ਸਾਥ ਉਹਨਾਂ ਨੂੰ ਕਹਿ ਕਹਿ ਕਰਕੇ ਨਾ ਸਵਾਲ ਜਵਾਬ ਤੇ ਉਹਨਾਂ ਨੂੰ ਜਿੱਤਣਾ ਹੈ। ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਬਚਨ ਦੇ ਦਿੱਤਾ, ਤੁਸੀਂ ਜਿੱਤਣਾ ਜਾ ਕੇ। ਜਿਮ ਬੁਝੈ ਤਿਮ ਦੇਹੋ ਜਵਾਬ। ਜੋ ਵੀ ਸਵਾਲ ਕਰਨ ਤੁਸੀਂ ਜਵਾਬ ਦੇਣਾ ਉੱਥੇ ਉਹਨਾਂ ਨੂੰ। ਕਰੋ ਨਾ ਦੇ ਡੇਰੀ ਜਾਹੋ ਸਿਤਾਬ। ਤੇ ਤੁਸੀਂ ਦੇਰ ਨਾ ਕਰੋ, ਛੇਤੀ ਚਲੇ ਜਾਓ ਲਾਹੌਰ ਨੂੰ। ਸੁਨਤ ਖਰੇ ਹੋਏ ਬਿਨਤੀ ਠਾਨੀ। ਤੋ ਖੜੇ ਹੋ ਕਰਕੇ ਬੇਨਤੀ ਕੀਤੀ ਮਹਾਰਾਜ ਦੇ ਚਰਨਾਂ 'ਚ। ਏ ਸਤਿਗੁਰ ਸਭ ਮਤ ਗੁਣ ਖਾਨੀ। ਬੇਨਤੀ ਕੀਤੀ, ਹੈ ਸਤਿਗੁਰੂ ਮਹਾਰਾਜ ਜੀ, ਤੁਸੀਂ ਹੋ ਗੁਣਾ ਦੇ ਖਜ਼ਾਨੇ, ਸੋਹਣੀ ਮਤ ਦੇ ਦਾਤੇ ਹੋ ਸਤਿਗੁਰੂ ਜੀ। ਤੁਮਰੇ ਪ੍ਰੇਮ ਬਿਨਾ ਕੁਛ ਨ ਆਨ। ਤੋ ਮਹਾਰਾਜ ਤੁਹਾਡੇ ਪ੍ਰੇਮ ਤੋਂ ਬਿਨਾਂ ਤੇ ਮੇਰੇ ਕੋਲ ਕੁਝ ਵੀ ਨਹੀਂ ਹੈ। ਸੋ ਤੁਸੀਂ ਸਭ ਗੁਣਾ ਦੇ ਖਜ਼ਾਨੇ ਹੋ ਤੇ ਮੇਰੇ ਕੋਲ ਤੇ ਤੁਹਾਡੇ ਚਰਨਾਂ ਦਾ ਪ੍ਰੇਮ ਹੈ। ਮੈਂ ਨਹ ਜਾਣਤ ਕਹਾਂ ਬਖਾਨ। ਤੇ ਮਹਾਰਾਜ ਸੋ ਮੈਂ ਤਾਂ ਨਹੀਂ ਜਾਣਦਾ ਵੀ ਉੱਥੇ ਕੀ ਬਖਿਆਨ ਕਰੂੰਗਾ, ਕੀ ਸਵਾਲ ਜਵਾਬ ਕੀ ਕਰੂੰਗਾ ਜਾ ਕੇ। ਮਹਾਰਾਜ ਮੈਂ ਤੇ ਤੁਹਾਡੇ ਚਰਨਾਂ ਦਾ ਪ੍ਰੇਮ ਹੀ ਜਾਣਦਾ ਹਾਂ। ਗਾਇਤਰੀ ਸ੍ਰੁਤ ਸਿਮਰਤ ਸਾਰ। ਜੋ ਗਾਇਤਰੀ ਮੰਤਰ ਹੈ ਹਿੰਦੂ ਧਰਮ ਦਾ, ਜਿਵੇਂ ਸਾਡਾ ਮੂਲ ਉਹਨਾਂ ਦਾ ਗਾਇਤਰੀ ਮੰਤਰ ਹੈ, ਤੇ ਸਰੁਤ ਜਿਹੜੇ ਵੇਦ ਨੇ ਤੇ ਸਿਮਰਤੀਆਂ ਹਨ ਇਹਨਾਂ ਦੇ ਧਰਮ ਗ੍ਰੰਥ, ਉਹਨਾਂ ਦਾ ਸਾਰ ਜੋ ਸਿਧਾਂਤ ਹੈ ਜੀ ਮਹਾਰਾਜ ਮੈਂ ਤਾਂ ਕੋਈ ਜਾਣਦਾ ਨਹੀਂ, ਪੜ੍ਹਿਆ ਨਹੀਂ ਹਾਂ। ਪਠੇ ਨਾ ਕਬਹੂ ਕਰੇ ਵਿਚਾਰ। ਨਾ ਕਦੇ ਮੈਂ ਪੜ੍ਹੇ ਨੇ ਤੇ ਨਾ ਕਦੇ ਵਿਚਾਰ ਹੀ ਕੀਤੀ ਹੈ ਮਹਾਰਾਜ। ਆਗਿਆ ਤੁਮਰੀ ਕੇ ਅਨੁਸਾਰ। ਤੇ ਬਾਕੀ ਮਹਾਰਾਜ ਜਿਵੇਂ ਆਪ ਦਾ ਹੁਕਮ ਹੈ ਤੁਹਾਡੇ ਹੁਕਮ ਦੇ ਅਨੁਸਾਰ ਹਾਂ ਜੀ। ਮੈਂ ਬੋਲੋਂ ਸੰਗ ਹੋਏ ਹਜ਼ਾਰ। ਮਹਾਰਾਜ ਮੈਂ ਉੱਥੇ ਜਾ ਕੇ ਬੋਲਾਂਗਾ, ਉਹ ਤਾਂ ਹਜ਼ਾਰਾਂ ਹੀ ਲੋਕ ਹੋਣਗੇ ਤੇ ਆਪ ਜੀ ਮੈਨੂੰ ਭੇਜ ਰਹੇ ਹੋ ਤੇ ਮਹਾਰਾਜ ਉੱਥੇ ਮੈਂ ਕੀ ਬੋਲਾਂਗਾ ਉਹਨਾਂ ਦੇ ਕੋਲ। ਬਿਰਦ ਲਾਜ ਤੁਮਕੋ ਸਭ ਅਹੈ। ਤੇ ਮਹਾਰਾਜ ਤੁਹਾਨੂੰ ਇਸ ਪ੍ਰਕਾਰ ਆਪਣੇ ਬਿਰਦ ਦੀ ਲਾਜ ਹੈ, ਆਪਣਾ ਜਾਣ ਕਰਕੇ ਲਾਜ ਤੁਸੀਂ ਰੱਖਣੀ ਹੈ। ਹਮਰੋ ਨਾਮ ਨ ਕੋ ਕਹੈ। ਮੇਰਾ ਨਾਂ ਤਾਂ ਕਿਸੇ ਨੇ ਕਹਿਣਾ ਨਹੀਂ ਹੈ ਉੱਥੇ। ਇਮ ਬਿਨਤੀ ਸੁਨ ਸਰੋਨ ਕਿਰਪਾਲ। ਮੇਰੇ ਕਿਰਪਾਲੂ ਗੁਰੂ ਅਮਰਦਾਸ ਨੇ ਜਦੋਂ ਇਉਂ ਬੇਨਤੀ ਸ਼ਰਧਾ ਸਪਨ ਸਰਵਣ ਕੀਤੀ ਹੈ, ਕਿਰਪਾ ਦ੍ਰਿਸ਼ਟ ਪਿਖ ਕੈ ਤਿਸ ਕਾਲ। ਉਸ ਵੇਲੇ ਮਹਾਰਾਜ ਨੇ ਫਿਰ ਮਿਹਰ ਕੀਤੀ, ਸੋ ਆਪਣੀ ਬਖਸ਼ਿਸ਼ ਭਰੀ ਨਿਗਾਹ ਪਾ ਦਿੱਤੀ ਰਾਮਦਾਸ ਮਹਾਰਾਜ ਤੇ। ਬਸ ਉਹ ਸੀ ਨਾਨਕ ਨਦਰੀ ਨਦਰ ਨਿਹਾਲ, ਮਿਹਰ ਦੀ ਕਿਰਪਾ ਦ੍ਰਿਸ਼ਟੀ ਪਾ ਦਿੱਤੀ ਹੈ। ਸਤਿਗੁਰ ਕਹਿਓ ਭਲੇ ਸਮਝਾਏ। ਤੇ ਮੇਰੇ ਸਤਿਗੁਰੂ ਜੀ ਨੇ ਭਲੀ ਪ੍ਰਕਾਰ ਸਮਝਾ ਕੇ ਵਚਨ ਕੀਤਾ ਹੈ। ਏ ਸੁਤ ਤਰਾਸ ਨਾ ਕੀਜੇ ਕਾਏ। ਕਹਿੰਦੇ ਪੁੱਤਰ ਤੈਨੂੰ ਡਰਨ ਦੀ ਲੋੜ ਨਹੀਂ, ਹਜ਼ਾਰਾਂ ਛੱਡ ਕੇ ਲੱਖਾਂ ਹੁਣ ਤੁਸੀਂ ਡਰਨਾ ਨਹੀਂ ਕਿਸੇ ਗੱਲੋਂ। ਨਿਜ ਭੁਜ ਪਿਖੋ ਦਹਨੀ ਜਬੈ। ਕਹਿੰਦੇ ਜਿਸ ਵੇਲੇ ਤੁਸੀਂ ਕਚਹਿਰੀ 'ਚ ਖੜੇ ਹੋਵੋਗੇ ਨਾ, ਆਪਣੀ ਸੱਜੀ ਬਾਹ ਵੱਲ ਤੱਕਣਾ ਹੀ ਆ ਬਸ। ਤੁਸੀਂ ਜਦੋਂ ਸੱਜੇ ਪਾਸੇ ਵੇਖੋਗੇ ਸਭਾ ਵਿਖੇ ਫੁਰ ਆਵਹਿ ਸਭੈ। ਤੇ ਸਭਾ ਦੇ ਵਿੱਚ ਜੋ ਤੈਨੂੰ ਲੋ ਸਭ ਵਿਦਿਆ ਸਫੁਰਨ ਹੋਣਗੀਆਂ। ਮਹਾਂਪੁਰਖ ਜ਼ਿਕਰ ਕਰਿਆ ਕਰਦੇ ਸਨ ਸੰਸਾਰ ਦੀਆਂ 14 ਵਿਦਿਆ ਸਾਰੀਆਂ। ਕਹਿੰਦੇ 14 ਦੀਆਂ 14 ਵਿਦਿਆ ਖੜੀਆਂ ਹੋਣਗੀਆਂ, ਸਫੁਰਨ ਹੋਣਗੀਆਂ ਤੁਹਾਡੇ ਸਾਹਮਣੇ, ਜੋ ਮਰਜ਼ੀ ਵਰਤਿਓ ਤੁਸੀਂ। ਚਾਰੋਂ ਵੇਦ ਭੇਦ ਕੋ ਪਾਵਹਿ। ਤੋ ਚਾਰੇ ਵੇਦਾਂ ਦਾ ਭੇਦ ਉੱਥੇ ਤੁਹਾਨੂੰ ਹੋ ਜਾਏਗਾ, ਤੁਹਾਨੂੰ ਕਿਸੇ ਗੱਲ ਦੀ ਸੋ ਡਰਨ ਦੀ ਲੋੜ ਨਹੀਂ ਹੈ। ਖਟ ਸ਼ਾਸਤਰ ਵਕਤਾ ਹੋਏ ਜਾਵਹਿ। 6 ਸ਼ਾਸਤਰਾਂ ਦੇ ਤੁਸੀਂ ਵਕਤਾ ਹੋ ਜਾਓਗੇ। ਅਪਰ ਜੇ ਉਕਤ ਜੁਗਤ ਸਭ ਹੋਏ। ਹੋਰ ਜਿਹੜੀ ਸ਼ਾਸਤਰਾਂ ਦੀ ਫਿਲਾਸਫੀ ਹੈ, ਉਕਤੀਆਂ ਜੁਗਤੀਆਂ ਢੰਗ ਤਰੀਕੇ ਹਨ ਬਹਿਸਾਂ ਕਰਨ ਦੇ ਇਹਨਾਂ ਹਿੰਦੂਆਂ ਦੇ, ਸਭ ਤੁਹਾਨੂੰ ਸਫੁਰਨ ਹੋਣਗੇ। ਸਾਰ ਪੁਰਾਨਨ ਕੋ ਲਖ ਸੋਏ। 18 ਪੁਰਾਣਾਂ ਦਾ ਜੋ ਵੀ ਸਿਧਾਂਤ ਆ ਤੁਸੀਂ ਸਭ ਜਾਣ ਲਓਗੇ। ਤੋ ਇਸ ਪ੍ਰਕਾਰ ਤੋ ਮੇਰੇ ਸਤਿਗੁਰੂ ਪਾਤਸ਼ਾਹ ਨੇ ਵਰਦਾਨ ਬਖਸ਼ਿਆ ਹੈ। ਨਿਰਭੈ ਸਭ ਮਹਿ ਕਹੀਐ ਬਾਣੀ। ਤੇ ਸਾਰਿਆਂ ਦੇ ਵਿੱਚ ਨਿਡਰ ਹੋ ਕਰਕੇ ਬਚਨ ਕਰਨਾ, ਤੁਹਾਨੂੰ ਡਰਨ ਦੀ ਲੋੜ ਨਹੀਂ ਕਿਸੇ ਪਾਸੋਂ। ਹੇ ਸੁਤ ਪ੍ਰਾਪਤ ਵਿਜੈ ਮਹਾਨੀ। ਇਹ ਪੁੱਤਰ ਜੀ ਜਿੱਤ ਤੇਰੀ ਹੋਣੀ, ਉਚਾਰਨ ਕਰੀਏ ਸਤਨਾਮ ਸ੍ਰੀ। ਤੂੰ ਜਿੱਤ ਕੇ ਆਏਗਾ, ਬਸ ਤੈਨੂੰ ਅਸੀਂ ਭੇਜ ਰਹੇ ਹਾਂ। ਸ਼ਾਸਤਰਨ ਕੇ ਕਰਤਾ ਜੋਏ। ਤੋ ਮਹਾਰਾਜ ਬਚਨ ਕਰਦੇ ਕਹਿੰਦੇ ਨੇ ਇਹ ਤਾਂ ਨਾ ਪੜ੍ਹਨ ਵਾਲੇ ਨਾ ਸ਼ਾਸਤਰਾਂ ਨੂੰ, ਜਿਨ੍ਹਾਂ ਨੇ ਸ਼ਾਸਤਰ ਬਣਾਏ ਨੇ ਲਿਖੇ ਹਨ, ਉਹ ਜਿਹੜੇ ਕਰਤਾ ਹਨ ਨਾ ਸ਼ਾਸਤਰਾਂ ਦੇ, ਇਸ ਪ੍ਰਕਾਰ ਤੁਜ ਸੰਗ ਕਹਿ ਸਮਰੱਥ ਨਾ ਸੋਏ। ਜੇ ਉਹ ਤੇਰੇ ਸਾਹਮਣੇ ਆ ਜਾਣ ਨਾ ਸ਼ਾਸਤਰਾਂ ਦੇ ਕਰਤਾ, ਉਹਨਾਂ ਦੀ ਸਮਰੱਥਾ ਨਹੀਂ ਹੈ ਤੁਹਾਡੇ ਨਾਲ ਬਹਿਸ ਕਰ ਲੈਣ। ਐਸੀ ਕਹਿੰਦੇ ਬਰਕਤ ਵਰਤੇਗੀ ਮਹਾਰਾਜ ਗੁਰੂ ਨਾਨਕ ਦੀ। ਇਹੋ ਨਰ ਬਪਰਨ ਕੀ ਕਿਆ ਗਿਣਤੀ। ਇਹ ਤਾਂ ਬੰਦੇ ਨੇ ਨਾ, ਇਹਨਾਂ ਵਿਚਾਰਾਂ ਦੀ ਕੀ ਗਿਣਤੀ ਆ। ਜਿਹੜੇ ਰਿਸ਼ੀ ਮੁਨੀ ਲੋਕ ਜਿਨ੍ਹਾਂ ਨੇ ਇਹ ਸ਼ਾਸਤਰ ਪੁਰਾਣ ਵੇਦ ਲਿਖੇ ਨੇ, ਕਹਿੰਦੇ ਉਹ ਵੀ ਤੁਹਾਡਾ ਮੁਕਾਬਲਾ ਨਹੀਂ ਕਰ ਸਕਦੇ ਹਨ। ਸਰਬ ਸੁਰਾ ਸੁਰ ਠਾਨਹਿ ਬਿਨਤੀ। ਜਿੰਨੇ ਵੀ ਦੇਵਤੇ ਹਨ
ਦੈਂਤ ਨੇ ਸਭ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀਆਂ ਕਰਨਗੇ। ਏਮ ਸੁਨ ਬਾਕਨ ਧਰਿਓ ਭਰੋਸਾ। ਮਹਾਰਾਜ ਦੇ ਜਦੋਂ ਬਚਨ ਹੋ ਗਏ ਤੇ ਪ੍ਰੇਮ ਸੀ, ਸ਼ਰਧਾ ਸੀ ਗੁਰੂ ਤੇ, ਭਰੋਸਾ ਹੋ ਗਿਆ ਮੇਰੇ ਸਤਿਗੁਰੂ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜਾਮ ਗੁਰੂ ਹੈ ਵੱਲ ਲੱਖ ਬਾਹੇ ਕਿਆ ਕੀਜੈ, ਗੁਰੂ ਮੇਰੇ ਵੱਲ ਹੈ ਤੇ ਉਹ ਲੱਖਾਂ ਬਾਹਾਂ ਖੜੀਆਂ ਹੋ ਜਾਣ ਖਿਲਾਫ ਕੀ ਕਰ ਲੈਣਗੀਆਂ ਮੇਰਾ। ਪਰ ਬੰਧਨ ਕੋ ਚੱਲੇ ਅਦੋਸਾ। ਤੇ ਦੋਸ਼ ਤੋਂ ਰਹਿਤ ਸ਼ੁੱਧ ਮਨ ਵਾਲੇ ਰਾਮਦਾਸ ਜੀ ਨਮਸਕਾਰ ਕੀਤੀ ਸਤਿਗੁਰਾਂ ਨੂੰ, ਗੋਇੰਦਵਾਲ ਸਾਹਿਬ ਤੋਂ ਲਾਹੌਰ ਨੂੰ ਤੁਰ ਪਏ ਹਨ। ਲਵਪੁਰ ਆਪਣੇ ਗ੍ਰਹਿ ਮਹਿ ਗਏ। ਲਾਹੌਰ ਵਿੱਚ ਪਹਿਲਾਂ ਤੇ ਆਪਣੇ ਘਰ ਵਿੱਚ ਜਾ ਕੇ ਵਿਸ਼ਰਾਮ ਕੀਤਾ ਹੈ। ਉਠੇ ਪ੍ਰਾਤ ਤਹ ਜਾਵਤ ਭਏ। ਸਵੇਰੇ ਉੱਠ ਕਰਕੇ ਇਸ਼ਨਾਨ ਪਾਨ ਨਿਤਨੇਮ ਕਰਕੇ ਕਚਹਿਰੀ ਦੇ ਵਗ ਦੇ ਉੱਤੇ ਜਾ ਕੇ ਹਾਜ਼ਰ ਹੋ ਗਏ ਹਨ। ਸੁਨ ਅਕਬਰ ਨੇ ਸਰਬ ਹਕਾਰੇ। ਜਦੋਂ ਅਕਬਰ ਬਾਦਸ਼ਾਹ ਨੇ ਸੋ ਸੁਣ ਲਿਆ ਕਿ ਗੁਰੂ ਸਾਹਿਬ ਵੱਲੋਂ ਸੋ ਸੇਵਕ ਆ ਗਿਆ ਹੈ, ਤਾਂ ਉਸ ਵੇਲੇ ਉਹਨੇ ਫਿਰ ਸਾਰੇ ਹੰਕਾਰੀ ਬੰਦਿਆਂ ਨੂੰ ਬੁਲਾ ਲਿਆ ਉੱਥੇ। ਦਿਜ ਖੱਤਰੀ ਪਹੁੰਚੇ ਤਬ ਸਾਰੇ। ਸੋ ਬ੍ਰਾਹਮਣ ਖੱਤਰੀ ਸਾਰੇ ਇਕੱਠੇ ਹੋ ਕਰਕੇ ਪਹੁੰਚ ਗਏ ਹਨ ਕਚਹਿਰੀ 'ਚ। ਅਪਰ ਲੋਕ ਅਰ ਸਭ ਉਮਰਾਵ। ਜਿਹੜੇ ਇਸ ਪ੍ਰਕਾਰ ਬਾਦਸ਼ਾਹ ਦੇ ਉਮਰਾਵ ਆਦਿਕ ਸਨ, ਮੁਖੀ ਬੰਦੇ, ਉਹ ਵੀ ਆ ਗਏ। ਹੋਰ ਲੋਕ ਜਿਹੜੇ ਨੇ ਉਹ ਵੀ ਸੁਣਨ ਵਾਸਤੇ ਆ ਗਏ ਹਨ। ਮਿਲ ਇਕੱਠੇ ਹੋਏ ਤਿਸ ਥਾਵ। ਮਿਲ ਕਰਕੇ ਅਕਬਰ ਦੀ ਕਚਹਿਰੀ ਵਿੱਚ ਇਕੱਠੇ ਹੋ ਗਏ ਹਨ। ਸਭਨ ਸੰਗ ਅਕਬਰ ਨੇ ਕਹਿਓ। ਤੇ ਸਾਰਿਆਂ ਨੂੰ ਬਾਦਸ਼ਾਹ ਅਕਬਰ ਨੇ ਇਹ ਹੁਕਮ ਕੀਤਾ, ਕੌਣ ਖੋਟ ਇਨ ਮਹਾ ਤੁਮ ਲਹਿਓ। ਤੋ ਸਵਾਲ ਕੀਤਾ ਉਹਨਾਂ ਤੇ ਹੰਕਾਰੀ ਬ੍ਰਾਹਮਣਾ ਆਦਿਕ ਤੇ, ਕਹਿੰਦੇ ਵੀ ਦੱਸੋ ਕਿਹੜੀ ਖੁਟਾਈ ਤੁਸੀਂ ਇਹਨਾਂ ਵਿੱਚ ਦੇਖੀ ਗੁਰੂ ਘਰ ਦੇ ਵਿੱਚ, ਦੱਸੋ ਹੁਣ ਸਾਡੇ ਸਾਹਮਣੇ। ਜਿਸ ਪਰ ਕਰ ਪੁਕਾਰ ਸਭ ਆਏ। ਜਿਨ੍ਹਾਂ ਤੇ ਪੁਕਾਰ ਕਰਕੇ ਤੁਸੀਂ ਆਏ ਹੋ ਨਾ, ਸਾਡੇ ਕੋਲ ਪੁਕਾਰ ਕੀਤੀ, ਹੁਣ ਆ ਗਏ ਨੇ ਗੁਰੂ ਸਾਹਿਬ ਦੇ ਸੇਵਕ, ਦੱਸੋ ਕੀ ਪੁਕਾਰ ਹੈ ਤੁਹਾਡੀ। ਆਪਣੋ ਧਰਮ ਕਹੋ ਸਮਝਾਏ। ਸਮਝਾਓ ਭਾਈ ਕੀ ਧਰਮ ਹੈ ਤੁਹਾਡਾ, ਕਾਹਦਾ ਤੁਹਾਨੂੰ ਖਤਰਾ ਹੈ ਸਾਨੂੰ ਦੱਸੋ। ਦਿਜ ਖੱਤਰੀ ਪੰਡਤ ਵਿੱਚ ਕੇਈ। ਤੋ ਜਿਹੜੇ ਭਾਈ ਇਸ ਪਰ ਬ੍ਰਾਹਮਣ ਖੱਤਰੀ ਵਿੱਚ ਪੰਡਤ ਵਿਦਵਾਨ ਸਨ, ਚਾਰ ਵੇਦਾਂ ਦੇ ਬਖਤੇ ਜਿਹੜੇ ਸਨ। ਮਤ ਸਰ ਅਗਨ ਜਰਤ ਹੈ ਜੇਈ। ਜਿਹੜੇ ਈਰਖਾ ਦੀ ਅੱਗ 'ਚ ਹੀ ਸੜਦੇ ਆ, ਹੋਰ ਸਚਾਈ ਕੋਈ ਹੈ ਨਹੀਂ ਪੱਲੇ। ਸੋ ਬੋਲੇ ਇਨ ਖੱਤਰੀ ਜਾਤ। ਤੋ ਇਸ ਪ੍ਰਕਾਰ ਹੁਣ ਉਹਨਾਂ ਨੇ ਸਵਾਲ ਕੀ ਕੀਤਾ ਸੁਣੋ। ਕਹਿੰਦੇ ਦੇਖੋ ਜੀ, ਇਹਨਾਂ ਗੁਰੂ ਸਾਹਿਬਾਂ ਦੀ ਜਾਤ ਖੱਤਰੀ ਹੈ। ਆਪਣੋ ਪੰਥ ਕਰਿਓ ਬਖਿਆਤ। ਇਹਨਾਂ ਨੇ ਆਪਣਾ ਹੀ ਕਹਿੰਦੇ ਪੰਥ ਧਰਮ ਦੁਨੀਆ ਵਿੱਚ ਜਿਹੜਾ ਪ੍ਰਗਟ ਕਰ ਦਿੱਤਾ ਹੈ। ਵੇਦ ਰੀਤ ਕੋ ਤਿਆਗਨ ਕਰਿਓ। ਤੇ ਮਹਾਰਾਜ ਸਾਡੀ ਜੋ ਵੇਦਾਂ ਦੀ ਮਰਜ਼ਾਦਾ ਉਹਨੂੰ ਛੱਡ ਦਿੱਤਾ ਹੈ, ਆਪਣਾ ਹੀ ਧਰਮ ਜਿਹੜਾ ਪੰਥ ਖੜਾ ਕਰ ਲਿਆ ਹੈ। ਔਰੇ ਮਤ ਆਪਣੋ ਪਰ ਚਰਿਓ। ਤੇ ਆਪਣਾ ਹੋਰ ਹੀ ਮਤ ਧਰਮ ਜਿਹੜਾ ਨਾ ਉਹਨੂੰ ਪ੍ਰਚਾਰ ਕੀਤਾ ਹੈ, ਇਹਨਾਂ ਨੇ ਫੈਲਾ ਦਿੱਤਾ ਹੈ। ਅਪਰ ਬਾਤ ਤੋ ਕਹਿਨੀ ਕਹਾ। ਕਹਿੰਦੇ ਬਾਕੀ ਤੇ ਚਲੋ ਹੋਰ ਕੀ ਗੱਲ ਦੱਸੀਏ ਜੀ। ਹਿੰਦਨ ਧਰਮ ਗਾਇਤਰੀ ਮਹਾ। ਤੇ ਹਿੰਦੂ ਧਰਮ ਵਿੱਚ ਮਹਾਨ ਮੰਤਰ ਗਾਇਤਰੀ ਮੰਤਰ ਹੈ ਜੋ। ਸੋ ਪਈ ਨਹਿ ਜਾਣਹਿ ਨਹਿ ਜਪੈ। ਨਾ ਉਹਦਾ ਜਾਪ ਕਰਦੇ ਜਾਣਦੇ ਨੇ, ਇਹਨੂੰ ਗਾਇਤਰੀ ਮੰਤਰ ਦਾ ਨਹੀਂ ਪਤਾ ਜੀ। ਦੇਖੋ ਹਿੰਦੂ ਧਰਮ ਹੈ ਸਾਡਾ। ਗੁਰਬਾਣੀ ਕੁਛ ਔਰ ਹੈ ਥਪੈ। ਤੇ ਇਹ ਤਾਂ ਹੋਰ ਹੀ ਗੁਰੂ ਦੀ ਬਾਣੀ ਟਕਾਈ ਹੋਈ ਹੈ ਤੇ ਪੜ੍ਹੀ ਜਾਂਦੇ ਆ। ਤਬ ਅਕਬਰ ਨੇ ਇਨ ਦਿਸ ਦੇਖਾ। ਤਾਂ ਫਿਰ ਅਕਬਰ ਬਾਦਸ਼ਾਹ ਨੇ ਸਵਾਲ ਸੁਣ ਲਿਆ, ਤਾਂ ਫਿਰ ਰਾਮਦਾਸ ਮਹਾਰਾਜ ਵੱਲ ਤੱਕਿਆ ਜਦੋਂ। ਗਾਇਤਰੀ ਤੁਮ ਧਰਮ ਵਿਸੇਖਾ। ਤੇ ਇਸ ਪ੍ਰਕਾਰ ਤੋਂ ਕਹਿਣ ਲੱਗੇ ਭਈ ਤੁਸੀਂ ਦੱਸੋ ਭਈ ਤੁਹਾਡਾ ਧਰਮ ਜਿਹੜਾ ਹੈ ਉਹਦਾ ਵਿਸ਼ੇਸ਼ ਕਰਕੇ ਕੀ ਗਾਇਤਰੀ ਮੰਤਰ ਹੈ। ਸੋ ਭੀ ਪਠੀ ਨਾ ਤੁਮਨੇ ਕੈਸੇ। ਤੇ ਤੁਸੀਂ ਭਾਈ ਇਹ ਕਹਿੰਦੇ ਐ ਸੋ ਕਿਉਂਕਿ ਉਹ ਤਾਂ ਭਾਈ ਮੁਨਸਬ ਹੋ ਕੇ ਜੱਜ ਬਣ ਕੇ ਬੈਠਾ ਸੀ ਨਾ, ਉਹਨੇ ਤੇ ਗੱਲ ਕਰਨੀ ਸੀ। ਤੇ ਮਹਾਂਪੁਰਖ ਦੱਸਿਆ ਕਰਦੇ ਵੀ ਅਕਬਰ ਨੇ ਸੁਨੇਹਾ ਜਿਹੜਾ ਭੇਜਿਆ ਸੀ ਨਾ ਸਾਹਿਬ ਅਮਰਦਾਸ ਮਹਾਰਾਜ ਨੂੰ, ਇਹ ਜਾ ਕਰਕੇ ਨੰਗੇ ਚਰਨੀ ਗੁਰੂ ਦੇ ਲੰਗਰ 'ਚ ਬੈਠ ਕੇ ਲੰਗਰ ਛਕ ਆਇਆ ਸੀ। ਤੇ ਸਤਿਗੁਰੂ ਨੂੰ ਬੇਨਤੀ ਕੀਤੀ, ਮਹਾਰਾਜ ਐਡਾ ਗੁਰੂ ਦਾ ਲੰਗਰ ਚੱਲਦਾ ਹੈ, ਮੇਰੀ ਕੋਈ ਸੇਵਾ ਭੇਟਾ ਪ੍ਰਵਾਨ ਕਰੋ। ਮਹਾਰਾਜ ਸਤਿਗੁਰੂ ਕਹਿਣ ਲੱਗੇ ਭਾਈ ਇੱਥੇ ਗੁਰੂ ਦੀਆਂ ਸੰਗਤਾਂ ਦਾ ਤਿਲ ਫੁੱਲ ਜਿਹੜਾ ਨਾ ਉਹਦੇ ਨਾਲ ਹੀ ਚੱਲਦਾ ਹੈ, ਸਾਨੂੰ ਲੋੜ ਨਹੀਂ ਹੈ। ਇਹ ਮੱਲੋ ਜੋਰੀ 84 ਪਿੰਡਾਂ ਦਾ ਪਟਾ ਲਿਖ ਕੇ ਬੀਬੀ ਭਾਨੀ ਜੀ ਦੇ ਨਾਂ ਕੇ ਮਹਾਰਾਜ ਨੂੰ ਅਰਪਣ ਕਰ ਆਇਆ ਸੀ। ਇਹ ਜਿਹੜਾ ਨਾ ਇਸ ਪ੍ਰਕਾਰ ਬਾਬਾ ਬੁੱਢਾ ਜੀ ਦੀ ਬੀੜ ਹੈ ਅੰਮ੍ਰਿਤਸਰ, ਇਹ ਜਿਹੜਾ ਇਲਾਕਾ 84 ਪਿੰਡ ਸਨ, ਇਹ ਉਹਨਾਂ ਦਾ ਪਟਾ ਲਿਖ ਕਰਕੇ ਤੇ ਬੀਬੀ ਭਾਨੀ ਦੇ ਨਾਮ ਤੇ ਗੁਰੂ ਦੇ ਚਰਨਾਂ 'ਚ ਮੱਥਾ ਟੇਕ ਆਇਆ ਸੀ ਕਿ ਮਹਾਰਾਜ ਇਹਨਾਂ ਪਿੰਡਾਂ ਦਾ ਜੋ ਮਾਮਲਾ ਹੈ ਨਾ ਉਹ ਇਕੱਠਾ ਹੋ ਕੇ ਗੁਰੂ ਦੇ ਲੰਗਰ ਵਿੱਚ ਪਵੇ। ਇਸ ਤਰੀਕੇ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਫਿਰ ਸੇਵਾ ਨਿਭਾਉਂਦੇ ਰਹੇ। ਤੇ ਇਸ ਤਰੀਕੇ ਦੇ ਨਾਲ ਤੋਂ ਇਹਨੇ ਬੇਨਤੀ ਕੀਤੀ ਕਿ ਮਹਾਰਾਜ ਇਹ ਬੜਾ ਤੰਗ ਕਰਦੇ, ਬਾਰ-ਬਾਰ ਸ਼ਿਕਾਇਤਾਂ ਕਰਦੇ ਗੁਰੂ ਘਰ
ਤੁਸੀਂ ਆਪ ਆਓ ਜਾਂ ਕਿਸੇ ਸੇਵਕ ਨੂੰ ਭੇਜ ਕਰਕੇ ਤੇ ਮਹਾਰਾਜ ਇਹਨਾਂ ਨੂੰ ਇੱਕ ਵਾਰ ਇਹਨਾਂ ਦਾ ਮੂੰਹ ਬੰਦ ਕਰੋ, ਨਰੁੱਤਰ ਕਰੋ ਮਹਾਰਾਜ, ਇਹ ਰੋਜ਼ ਸਤਾਉਂਦੇ ਮੈਨੂੰ। ਸੋ ਪੀ ਪਠੀ ਨ ਤੁਮਨੇ ਕੈਸੇ। ਇਹ ਹੁਣ ਕਹਿੰਦਾ ਵੀ ਇਹਨਾਂ ਲੋਕਾਂ ਨੇ ਸਵਾਲ ਕੀਤਾ ਵੀ ਤੁਸੀਂ ਕਦੇ ਗਾਇਤਰੀ ਮੰਤਰ ਪੜ੍ਹਿਆ ਨਹੀਂ ਹੈ। ਇਹ ਜਦੋਂ ਸਵਾਲ ਪੁੱਛਿਆ ਇੰਦ ਧਰਮ ਖੱਤਰੀ ਕਿਮ ਹੈ ਸੇ। ਤੋ ਇਸ ਪ੍ਰਕਾਰ ਜਿਹੜਾ ਖੱਤਰੀਆਂ ਦਾ ਹਿੰਦੂ ਧਰਮ ਇਹ ਕਿਸ ਤਰ੍ਹਾਂ ਦਾ ਹੈ, ਇਹ ਦੱਸੋ ਤੁਸੀਂ। ਰਾਮਦਾਸ ਗੁਰ ਬਚਨ ਸੰਭਾਰਾ। ਮੇਰੇ ਸਤਿਗੁਰੂ ਰਾਮਦਾਸ ਮਹਾਰਾਜ ਨੇ ਇਹ ਬਚਨ ਨੂੰ ਸੰਭਾਲ ਲਿਆ, ਜਿਹੜਾ ਸਵਾਲ ਸੀ ਉਸ ਨੂੰ ਸੋ ਇਸ ਪ੍ਰਕਾਰ ਸੁਣ ਕਰਕੇ ਬਚਨ ਸੰਭਾਲਿਆ ਇਸ ਤਰ੍ਹਾਂ। ਪੁਜਾ ਦਹਨੀ ਦਿਸ਼ਾ ਨਿਹਾਰਾ। ਤਾਂ ਗੁਰੂ ਸਾਹਿਬ ਦਾ ਬਚਨ ਸੀ, ਸੱਜੀ ਬਾਹ ਵੱਲ ਤੱਕਿਆ ਜਦੋਂ, ਸਭ ਵਿਦਿਆ ਪ੍ਰਾਪਤ ਭੀ ਐਸੇ। ਸਾਰੀਆਂ ਵਿਦਿਆ ਸਫੁਰਨ ਹੋ ਗਈਆਂ ਗੁਰੂ ਦਾ ਵਰ ਸੀ। ਚਰੰਕਾਲ ਪਠ ਪਾਵਹਿ ਜੈਸੇ। ਜਿਸ ਤਰੀਕੇ ਨਾਲ ਕਹਿੰਦੇ ਬੜੇ ਲੰਬੇ ਸਮੇਂ ਤੋਂ ਕਿਤੇ ਪੜ੍ਹ ਕੇ ਰੱਖੀਆਂ ਹੋਣ ਸਾਰੀਆਂ ਵਿਦਿਆ, ਜਿਵੇਂ ਪਹਿਲੇ ਲੰਬੇ ਸਮੇਂ ਤੋਂ ਪੜ੍ਹ ਕੇ ਟਿਕਾਈਆਂ ਹੋਣ, ਇਸ ਤਰੀਕੇ ਦੇ ਨਾਲ ਸੋ ਸਾਰੀਆਂ ਸਫੁਰਨ ਹੋ ਗਈਆਂ। ਬੋਲੇ ਰਾਮਦਾਸ ਸੰਗ ਸਾਹੂ। ਤੋਂ ਬਾਦਸ਼ਾਹ ਦੇ ਨਾਲ ਰਾਮਦਾਸ ਮਹਾਰਾਜ ਫਿਰ ਬਚਨ ਕੀਤਾ ਹੈ, ਪਠਹਿ ਗਾਇਤਰੀ ਹਮ ਤੁਮ ਪਾਹੂ। ਕਹਿੰਦੇ ਜੀ ਠੀਕ ਹੈ, ਇਹ ਇਹੋ ਹੀ ਕਹਿੰਦੇ ਨੇ ਵੀ ਇਹਨਾਂ ਨੂੰ ਗਾਇਤਰੀ ਮੰਤਰ ਨਹੀਂ ਆਉਂਦਾ। ਤੇ ਕਹਿੰਦੇ ਬਾਦਸ਼ਾਹ ਸਲਾਮਤ, ਦੇਖੋ ਹੁਣ ਗਾਇਤਰੀ ਮੰਤਰ ਮੈਂ ਸੁਣਾਉਂਗਾ, ਪੜ੍ਹ ਕੇ ਸੁਣਾਉਂਗਾ ਤੁਹਾਨੂੰ, ਸੁਣੋ। ਅਰਥ ਸਮੇਤ ਸੁਨਾਵਹਿ ਸਾਰੀ। ਮੇਰਾ ਮੈਂ ਮੰਤਰ ਨਹੀਂ, ਮੈਂ ਉਹਦੇ ਅਰਥ ਵੀ ਸਾਰੇ ਦੱਸੂਗਾ, ਸਾਰੇ ਸੁਣਾਵਾਂਗਾ ਤੁਹਾਨੂੰ, ਸੁਣੋ। ਜੋ ਐਸੇ ਹੈ ਤਾਹਿ ਮਝਾਰੀ। ਜਿਹੜਾ ਇਸ ਪ੍ਰਕਾਰ ਉਸ ਮੰਤਰ ਵਿੱਚ ਜੋ ਵੀ ਇਸ ਤਰੀਕੇ ਦੇ ਨਾਲ ਉਹਦੇ ਅਰਥ ਹਨ ਸੁਣਾਉਂਗਾ ਮੈਂ। ਸਭ ਕੇ ਬੀਚ ਪਾਠ ਤਿਸ ਪੜ੍ਹੇ। ਪਰ ਇੱਕ ਗੱਲ ਹੈ, ਇਸ ਤਰ੍ਹਾਂ ਜੋ ਸਾਰੀ ਸਭਾ ਵਿੱਚ ਥੋੜਾ ਗਾਇਤਰੀ ਮੰਤਰ ਦਾ ਪਾਠ ਪੜ੍ਹਨਾ ਹੈ, ਪਾਪ ਪੁੰਨ ਸਭ ਇਨ ਸਿਰ ਚੜੇ। ਇਹ ਜੋ ਵੀ ਪੁੰਨ ਪਾਪ ਇਹਨਾਂ ਦੇ ਸਿਰ ਤੇ ਚੜੂਗਾ, ਕਿਉਂਕਿ ਗਾਇਤਰੀ ਮੰਤਰ ਜਿਹੜਾ ਨਾ, ਗਾਇਤਰੀ ਕੋ ਗੁਪਤ ਜਪਿਓ। ਗਾਇਤਰੀ ਮੰਤਰ ਜਿਹੜਾ ਇਹ ਗੁਪਤ ਜਪਣ ਵਾਸਤੇ ਹੈ, ਇਹ ਆਮ ਉੱਚੀ ਨਹੀਂ ਪੜ੍ਹ ਕੇ ਸੁਣਾ ਸਕਦੇ ਕਿਸੇ ਨੂੰ, ਇਹਨਾਂ ਦੀ ਪੁਰਾਤਨ ਮਰਜ਼ਾਦਾ ਇਹ ਹੈ। ਸੋ 10ਵੇਂ ਪਾਤਸ਼ਾਹ ਨੇ ਲਿਖਿਆ ਵੀ ਕਿਸ ਤਰੀਕੇ ਦੇ ਨਾਲ, ਸੋ ਕਹਾਂ ਪੇ ਜੋ ਗਾਇਤਰੀ ਕੋ ਗੁਪਤ ਜਪਿਓ, ਇਹ ਇਸ ਪ੍ਰਕਾਰ ਜਪਦੇ। ਕਹਿੰਦੇ ਵੀ ਹੁਣ ਮੈਂ ਦੇਖੋ ਬਾਦਸ਼ਾਹ ਸਲਾਮਤ, ਮੈਂ ਤੁਹਾਡੇ ਸਾਹਮਣੇ ਸਾਰੇ ਲੋਕਾਂ ਦੇ ਵਿੱਚ ਮੈਂ ਮੰਤਰ ਲੱਗਾ ਪੜ੍ਹਨ। ਹੁਣ ਇਹਨਾਂ ਦੀ ਮਰਜ਼ਾਦਾ ਇਹ ਹੈ ਵੀ ਜੇ ਇਹ ਮੰਤਰ ਲੋਕਾਂ 'ਚ ਪੜ੍ਹਿਆ ਜਾਂ ਵੱਡਾ ਪਾਪ ਲੱਗਦਾ ਹੈ। ਕਹਿੰਦੇ ਪਾਪ ਹੁਣ ਇਹਨਾਂ ਦੇ ਸਿਰ ਚੜੂ, ਇਹ ਹੁਣ ਕਹਿੰਦੇ ਨੇ ਤੇ ਮੈਨੂੰ ਸੁਣਾਉਣਾ ਪੈਣਾ, ਹੁਣ ਪਾਪ ਦੇ ਭਾਗੀ ਇਹ ਹੋਣਗੇ। ਮਹਾਰਾਜ ਸਤਿਗੁਰੂ ਤੋਂ ਰਾਮਦਾਸ ਮਹਾਰਾਜ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸੋ ਪਹਿਲਾਂ ਇਹ ਜਿਹੜਾ ਹੈ ਬਾਦਸ਼ਾਹ ਨੂੰ ਸਾਵਧਾਨ ਕੀਤਾ ਵੀ ਇਹ ਪਾਪ ਦੇ ਭਾਗੀ ਇਹ ਹੋਣਗੇ, ਮੁੜ ਕੇ ਇਹ ਨਾ ਕਹਿਣ ਜੀ ਮੰਤਰ ਪੜਿਆ ਤੇ ਪਾਪ ਲੱਗ ਗਿਆ। ਕਹਿੰਦੇ ਪਾਪ ਹੁਣ ਇਹਨਾਂ ਦੇ ਸਿਰ ਹੀ ਚੜੂਗਾ। ਇਮ ਕਹਿ ਧੁਨ ਕੀਨਸ ਇਸ ਭਾਂਤ। ਤੇ ਹੁਣ ਗੁਰੂ ਰਾਮਦਾਸ ਮਹਾਰਾਜ, ਗੁਰੂ ਅਮਰਦਾਸ ਦੀ ਕਿਰਪਾ ਤੇ ਰਾਮਦਾਸ ਮਹਾਰਾਜ ਨੇ ਹੁਣ ਗੱਲ ਕਰਨੀ ਸੀ ਸਭਾ ਦੇ ਵਿੱਚ, ਤੇ ਇਸ ਤਰੀਕੇ ਦੇ ਨਾਲ ਗੱਲ ਸ਼ੁਰੂ ਕਰਨ ਵੇਲੇ ਇਉਂ ਮਹਾਰਾਜ ਬੋਲੇ ਹਨ, ਸਕਲ ਅਰਥ ਕੋ ਕਹਿ ਬਖਿਆਤ। ਤੇ ਪ੍ਰਗਟ ਸਾਰਾ ਹੀ ਮੰਤਰ ਵੀ ਉਚਾਰਿਆ ਤੇ ਇਸ ਪ੍ਰਕਾਰ ਉਹਦੇ ਅਰਥ ਵੀ ਸਾਰੇ ਪ੍ਰਗਟ ਕਰਕੇ ਦੱਸੇ। ਓੰਕਾਰ ਉਚਾਰਨ ਕਰਿਓ। ਪਰ ਕਿਉਂਕਿ ਸਤਿਗੁਰਾਂ ਦੀ ਬਖਸ਼ਿਸ਼ ਹੈ ਤਾਂ ਮੰਤਰ ਤੇ ਉਹਨਾਂ ਦਾ ਸੀ ਨਾ, ਪਹਿਲਾਂ ਆਪਣਾ ਮੰਤਰ ਓੰਕਾਰ, ਇੱਕ ਓੰਕਾਰ ਪਹਿਲਾਂ ਪੜਿਆ ਮਹਾਰਾਜ ਦਾ ਮੂਲ ਮੰਤਰ ਜਪ ਕਰਕੇ ਫਿਰ ਬਹਿਸ ਸ਼ੁਰੂ ਕੀਤੀ ਇਹਨਾਂ ਦੇ ਨਾਲ। ਸੁਨ ਧੁਨ ਬਾਉ ਗਮਨਤ ਥਿਰਿਓ। ਜਿਸ ਵੇਲੇ ਇੱਕ ਓੰਕਾਰ ਕਿਹਾ, ਭਾਈ ਰੱਬ ਰੂਪ ਨੇ, ਕਹਿੰਦੇ ਚੱਲਦੀ ਹਵਾ ਵੀ ਖੜੀ ਹੋ ਗਈ। ਐਸਾ ਵਾਤਾਵਰਣ ਇਹ ਹੈ ਮੇਰੇ ਸਤਿਗੁਰਾਂ ਦੀ ਕਰਾਮਾਤ ਸ਼ਕਤੀ, ਜਿੱਥੇ ਲੋੜ ਪੈਂਦੀ ਮਹਾਰਾਜ ਵਰਤਦੇ ਨੇ। ਇੰਨੀ ਕਹਿ ਕੇ ਅਸੀਂ ਛੁਟਕਾਰਾ ਨਹੀਂ ਕਰ ਸਕਦੇ, ਕਰਾਮਾਤ ਕਹਿਰ ਦਾ ਨਾਮ ਹੈ ਜੀ, ਗੁਰੂ ਘਰ ਹੈ ਹੀ ਨਹੀਂ ਜਾਂ ਵਰਤਦੇ ਨਹੀਂ। ਸਭ ਕੁਝ ਹੈਗਾ, ਲੋੜ ਪੈਣ ਤੇ ਵਰਤਦੇ ਨੇ। ਇਸ ਨੂੰ ਆਪਣੇ ਜਾਦੂ ਦੀ ਛੜੀ ਵਾਂਗ ਨਹੀਂ ਬਣਾਉਂਦੇ, ਜਿੱਥੇ ਕਿਤੇ ਲੋੜ ਹੈ ਨਾ ਉੱਥੇ ਵਰਤਦੇ ਨੇ। ਜਦੋਂ ਹੀ ਓੰਕਾਰ ਕਿਹਾ, ਚਲਦੀ ਹਵਾ ਕਹਿੰਦੇ ਖੜੀ ਹੋ ਗਈ। ਉਸ ਵੇਲੇ ਪਾਥਰ ਮਿਰਦਲ ਤਹਾਂ ਹੋਏ ਗਏ। ਜਿਹੜੇ ਪੱਥਰ ਸੀ ਉਹ ਵੀ ਮੋਮ ਹੋ ਗਏ, ਬੰਦਿਆਂ ਦੇ ਦਿਲ ਤੇ ਕੀ ਸੀ, ਪੱਥਰ ਵੀ ਢਲ ਗਏ। ਬਸ ਇੰਨਾ ਸ਼ਬਦ ਕਹਿਣ ਦੀ ਇਹ ਸ਼ਕਤੀ ਹੈ ਮਹਾਰਾਜ ਦੇ ਮੰਤਰ 'ਚ। ਸੁਨ ਸਭ ਲੋਕ ਬਿਸਮਤੇ ਭਏ। ਜਿਸ ਵੇਲੇ ਇਹ ਸ਼ਬਦ ਸੁਣਿਆ ਰਾਮਦਾਸ ਦੇ ਮੁਖ ਤੋਂ, ਹੈਰਾਨ ਹੋ ਗਏ ਸਾਰੇ। ਵਾਤਾਵਰਣ ਇਹੋ ਜਿਹਾ ਬਣ ਗਿਆ, ਦਰਵਿਓ ਸੋ ਮਨ ਸਭ ਕੋ ਤਿਸ ਕਾਲ। ਸਾਰਿਆਂ ਦੇ ਮਨ ਢਲ ਗਏ, ਕਿਸੇ ਦੇ ਵਿੱਚ ਸਮਰੱਥਾ ਹੀ ਨਹੀਂ, ਸੁਣ ਵਰਤਾ ਦਿੱਤੀ ਹੈ। ਕਿਹਦੀ ਸ਼ਕਤੀ ਹੈ ਕੋਈ ਅੱਖਰ ਬੋਲ ਸਕੇ। ਤੂਸਨ ਪੰਡਤ ਕੀਨ ਵਿਸਾਲ। ਸਾਰੇ ਪੰਡਤ ਥੋਥੇ ਕਰ ਦਿੱਤੇ, ਕੋਈ ਵਿਦਿਆ ਨਹੀਂ, ਕੋਈ ਸਫੁਰ ਨਹੀਂ, ਕੋਈ ਜੁਗਤੀ ਨਹੀਂ, ਕੋਈ ਉਹਨਾਂ ਦੀ ਫਿਲਾਸਫੀ ਨਹੀਂ ਚੱਲਦੀ ਹੈ। ਬਸ ਓੰਕਾਰ ਮਹਾਰਾਜ ਦਾ ਮੰਤਰ ਉਚਾਰਿਆ, ਸੁਨਮਨ ਨਗਰੀ ਜਿਵੇਂ ਭਈ ਸੀ ਨਾ, ਇਉਂ ਕਰ ਦਿੱਤਾ ਇਹਨਾਂ ਨੂੰ। ਸੀਤਲ ਹਿਰਦੇ ਭਏ ਸਭ ਕੇਰ। ਸਾਰਿਆਂ ਵਿੱਚ ਠੰਡ ਵਰਤਾ ਦਿੱਤੀ,
ਸਾਰਿਆਂ ਦੇ ਮਨ ਟਿਕ ਗਏ ਨੇ, ਸ਼ਾਂਤੀ ਵਰਤ ਗਈ ਹੈ। ਕੋਈ ਫੁਰਨਾ ਹੀ ਬੰਦ ਕਰ ਦਿੱਤਾ, ਪੌਣ ਰੁਕ ਗਈ ਹੈ, ਫੁਰਨੇ ਬੰਦ ਹੋ ਗਏ, ਪੱਥਰ ਪਿਘਲ ਗਏ ਹਨ। ਪ੍ਰਗਟੀ ਪ੍ਰੀਤ ਰਹੇ ਮੁਖ ਹੇਰ। ਤੋ ਕਹਿੰਦੇ ਨੇ ਇਸ ਪ੍ਰਕਾਰ ਤੇ ਸਾਰਿਆਂ ਦੇ ਮਨ ਵਿੱਚ ਗੁਰੂ ਦੀ ਪ੍ਰੀਤ ਐਸੀ ਪੈਦਾ ਹੋਈ ਹੈ, ਮੁਖ ਵੱਲ ਤੱਕੀ ਜਾਂਦੇ, ਬੋਲ ਸਕਦੇ ਹੀ ਨਹੀਂ ਹਨ। ਅਚਰ ਚਰੇ ਚਰ ਅਚਰ ਭਏ ਜਬ। ਜਿਹੜੇ ਜੜ ਸੀ ਚੇਤਨ ਹੋ ਗਏ, ਚੇਤਨ ਸੀ ਜੜ ਹੋ ਗਏ। ਤੁਰਨ ਫਿਰਨ ਵਾਲੇ ਟਿਕ ਗਏ ਨੇ, ਜਿਹੜੇ ਟਿਕੇ ਹੋਏ ਸੀ ਉਹ ਤੁਰਨ ਫਿਰਨ ਲੱਗ ਪਏ। ਇਹ ਇੱਕ ਸ਼ਕਤੀ ਵਰਤੀ ਮੇਰੇ ਸਤਿਗੁਰਾਂ ਦੀ। ਕਿਆ ਗਿਣਤੀ ਨਰ ਬਪਰਨ ਕੀ ਤਬ। ਤੇ ਕਹਿੰਦੇ ਉਸ ਵੇਲੇ ਨਾ ਮਨੁੱਖਾਂ ਦੀ ਕੀ ਗਿਣਤੀ ਵਿਚਾਰ ਕਰਕੇ ਤੁਹਾਨੂੰ ਦਸੀਏ ਭਈ ਇਹ ਕੀ ਕਰਦੇ। ਜਦ ਪੱਥਰ ਪਿਘਲ ਗਏ ਤੇ ਇਹ ਕਿਹੜੇ ਸਨ ਵੱਡੇ ਕਠੋਰ ਚਿੱਤ ਜਿਹੜੇ ਆਕੜੇ ਰਹਿੰਦੇ ਉੱਥੇ। ਅਕਬਰ ਅਤ ਪ੍ਰਸੰਨ ਹੋਏ ਗਇਓ। ਅਕਬਰ ਬਾਦਸ਼ਾਹ ਪ੍ਰਸੰਨ ਹੋ ਗਿਆ ਮੇਰੇ ਸਤਿਗੁਰਾਂ ਦੀ ਕਲਾ ਵਰਤੀ ਜਦੋਂ। ਸਭਨ ਸੁਨਾਏ ਬਖਾਨਤ ਭਇਓ। ਤੇ ਸਾਰਿਆਂ ਨੂੰ ਇਸ ਪ੍ਰਕਾਰ ਤੋਂ ਸੁਣਾ ਕਰਕੇ ਇਸ ਤਰੀਕੇ ਦੇ ਨਾਲ ਕਹਿੰਦਾ ਹੈ। ਪਰਮੇਸ਼ਰ ਦਰਵੇਸ਼ ਜੇ ਦੋ। ਕਹਿੰਦਾ ਹੈ ਹੁਣ ਬਾਦਸ਼ਾਹ ਦਾ ਫੈਸਲਾ ਸੁਣੋ। ਅਕਬਰ ਬਾਦਸ਼ਾਹ ਕਹਿੰਦਾ ਕਿ ਵੀ ਦੇਖੋ ਜਿਹੜਾ ਨਾ ਪਰਮੇਸ਼ਰ ਜਿਹਨੂੰ ਕਹਿੰਦੇ ਹੋ ਤੁਸੀਂ, ਪੰਡਤਾਂ ਨੇ ਕਿਹਾ ਨਾ, ਇਹ ਤੇ ਆਪ ਖੁਦਾ ਕਹਿੰਦੇ ਨੇ। ਕਹਿੰਦੇ ਜਿਹੜਾ ਇੱਕ ਪਰਮੇਸ਼ਰ ਹੈ, ਇੱਕ ਉਹਦੇ ਫਕੀਰ ਨੇ, ਇਹ ਦੋਨੋਂ ਇੱਕੋ ਹੀ ਰੂਪ ਨੇ। ਭਾਵ ਸੀ ਉਹਦਾ ਵੀ ਗੁਰੂ ਸਾਹਿਬ ਜੀ ਤੇ ਪਰਮੇਸ਼ਰ ਇਹ ਰੱਬ ਦਾ ਹੀ ਰੂਪ ਹਨ, ਇਹ ਜਾਣ ਲਓ ਤੁਸੀਂ। ਨਹੀਂ ਭੇਦ ਏਕੋ ਇਹ ਸੋ। ਇਹਨਾਂ ਵਿੱਚ ਕੋਈ ਫਰਕ ਨਹੀਂ, ਇਹ ਇੱਕੋ ਹੀ ਨੇ। ਦੱਸ ਦਿੱਤਾ ਵੀ ਗੁਰੂ ਨਾਨਕ ਦਾ ਘਰ ਜਿਸ ਗੁਰੂ ਅਮਰਦਾਸ ਤੇ ਤੁਸੀਂ ਫਰਿਆਦ ਕਰਦੇ ਹੋ, ਉਹ ਰੱਬ ਦੇ ਨਾਲ ਇੱਕ ਰੂਪ ਹਨ, ਜਾਣ ਲਓ। ਇਨ ਸੋ ਸਮਤਾ ਤੁਮ ਹੋਏ ਨਾਹੀ। ਕਹਿੰਦੇ ਤੁਸੀਂ ਬਰਾਬਰੀ ਨਹੀਂ ਕਰ ਸਕਦੇ ਮੇਰੇ ਸਤਿਗੁਰਾਂ ਦੇ ਘਰ ਦੀ। ਇਹ ਸਾਚੇ ਤੁਮ ਮਿਥਿਆ ਮਾਹੀ। ਇਹ ਗੁਰੂ ਸਾਹਿਬ ਸੱਚੇ ਨੇ, ਗੁਰੂ ਘਰ ਸੱਚਾ ਹੈ, ਤੁਸੀਂ ਝੂਠੇ ਆ। ਝੂਠੀਆਂ ਪੁਕਾਰਾਂ ਕਰਦੇ ਆਣ ਕਰਕੇ ਅਣਹੋਈਆਂ ਹੀ। ਵੇਦ ਪੁਰਾਨ ਕਹਿਓ ਇਨ ਕਰਿਓ। ਇਸ ਪ੍ਰਕਾਰ ਤੁਸੀਂ ਕਹਿੰਦੇ ਇਹਨਾਂ ਨੂੰ ਪਤਾ ਨਹੀਂ, ਕਹਿੰਦੇ ਸਾਰੇ ਵੇਦ ਪੁਰਾਨ ਜਿਹੜੀ ਮਰਜ਼ੀ ਸੁਣ ਲਓ, ਕਹਿੰਦੇ ਅਸੀਂ ਸੁਣਾਉਂਦੇ ਆ। ਮੰਤਰ ਤੁਹਾਨੂੰ ਸੁਣਾ ਦਿੱਤਾ, ਅਰਥ ਤੁਹਾਨੂੰ ਸੁਣਾ ਦਿੱਤੇ, ਹੋਰ ਕੀ ਸੁਣਨਾ ਚਾਹੁੰਦੇ ਤੁਸੀਂ? ਤੁਸੀਂ ਕਿੱਦਾਂ ਕਹਿੰਦੇ ਵੀ ਗੁਰੂ ਘਰ ਦੇ ਵਿੱਚ ਇਹ ਗੱਲ ਹੈ ਨਹੀਂ? ਇਹ ਤਾਂ ਸਭ ਕੁਝ ਜਾਣਦੇ, ਰੱਬ ਰੂਪ ਹਨ। ਤੁਮ ਕਹਿਬੇ ਮਾਤਰ ਮੈਂ ਥਿਰਿਓ। ਤੋ ਬਾਦਸ਼ਾਹ ਕਹਿੰਦਾ ਤੁਸੀਂ ਸਿਰਫ ਸੁਣਨ ਸੁਣਾਉਣ ਵਾਸਤੇ ਕਹਿਣ ਮਾਤਰ ਹੀ ਕਹਿੰਦੇ, ਤੁਹਾਡੇ ਕੋਲ ਕਥਨੀ ਹੈ। ਕਿਉਂ ਨਾ ਕਹੋ ਅਬ ਸਨਮੁਖ ਬਾਣੀ। ਕਹਿੰਦੇ ਭਾਈ ਤੁਸੀਂ ਹੁਣ ਬੜੇ ਮੰਤਰ ਮੁੰਤਰ ਕਹਿੰਦੇ ਅਸੀਂ ਪੜ੍ਹਦੇ ਜਾਣਦੇ, ਕਹਿੰਦੇ ਕਹੋ ਫਿਰ ਸਾਹਮਣੇ ਖੜੇ ਨਾ ਮਾਰੇ ਗੁਰੂ ਨਾਨਕ ਦੇ ਸੇਵਕ। ਕਹਿੰਦੇ ਹੁਣ ਸਾਹਮਣੇ ਕਹੋ ਮੇਰੇ, ਮੈਨੂੰ ਪਤਾ ਲੱਗੇ ਵੀ ਕਿੰਨੇ ਕੁ ਤੁਸੀਂ ਸਿਆਣੇ। ਤੇ ਕਹਿੰਦੇ ਰੋਜ਼ ਆਣ ਕਰਕੇ ਤੁਸੀਂ ਉਹ ਫਰਿਆਦਾਂ ਕਰਦੇ, ਪੁਕਾਰਾਂ ਕਰਦੇ ਗੁਰੂ ਘਰ ਤੇ। ਤੋ ਅੱਜ ਹੀ ਫੈਸਲਾ ਕਰ ਲਓ ਤੁਸੀਂ। ਅਰਥ ਸਹਿਤ ਗਿਆਤਰੀ ਬਖਾਨੀ। ਗਾਇਤਰੀ ਕਹਿੰਦੇ ਅਰਥਾਂ ਦੇ ਸਮੇਤ ਸਾਰੀ ਗਾਇਤਰੀ ਤੇ ਪੜ੍ਹ ਕੇ ਸੁਣਾ ਦਿੱਤੀ ਤੁਹਾਨੂੰ। ਹੋਰ ਦੱਸੋ ਕਿਹੜਾ ਮੰਤਰ ਸੁਣਨਾ ਤੁਸੀਂ? ਤੁਸੀਂ ਕਹਿੰਦੇ ਆਉਂਦਾ ਨਹੀਂ ਇਹਨਾਂ ਨੂੰ, ਇਹਨਾਂ ਦੇ ਤੁਹਾਡੇ ਤੋਂ ਬਾਅਦ ਏਕ ਓੰਕਾਰ ਵੀ ਪੜ੍ਹ ਦਿੱਤਾ। ਤੁਸੀਂ ਤਾਂ ਗਾਇਤਰੀ ਮੰਤਰ ਦੀ ਗੱਲ ਕਰਦੇ ਹੋ। ਇਸ ਮਹਿ ਕਰੋ ਪ੍ਰਸ਼ਨ ਜੇ ਜਾਣੋ। ਦੱਸੋ ਭਾਈ ਜੇ ਤੁਹਾਨੂੰ ਇਹਦੇ 'ਚ ਕੋਈ ਸ਼ੱਕ ਹੈ ਨਾ, ਸਵਾਲ ਕਰੋ। ਹੁਣ ਗਾਇਤਰੀ ਮੰਤਰ ਜਿਹੜਾ ਤੁਹਾਡਾ ਕਹਿੰਦੇ ਮੰਤਰ ਹੈ ਨਾ, ਮੰਤਰ ਕੀ ਮੈਂ ਗਲਤ ਪੜ੍ਹਿਆ? ਕੀ ਉਸ ਦੇ ਕੋਈ ਅਰਥ ਗਲਤ ਕੀਤੇ ਹਨ? ਕਹਿੰਦੇ ਸੁਣਾਓ ਸਾਨੂੰ ਹੁਣ। ਨਾਹੀਂ ਤਾਂ ਅਬ ਬੰਧਨ ਕੋ ਠਾਨ ਹੋ। ਨਹੀਂ ਤੇ ਫਿਰ ਇੰਜ ਕਰੋ, ਮੰਨੋ ਗੁਰੂ ਘਰ ਨੂੰ ਤੇ ਮੱਥਾ ਟੇਕੋ ਇਹਨਾਂ ਦੇ ਤਾਈ। ਵੇਖ ਅਕਬਰ ਕੋ ਤੇਜ ਵਿਸਾਲਾ। ਹੁਣ ਅਕਬਰ ਬਾਦਸ਼ਾਹ ਹੈ, ਸੋ ਉਹਨਾਂ ਦਾ ਤੇ ਮਤਲਬ ਸੀ ਗੁਰੂ ਘਰ ਦੇ ਉੱਤੇ ਇਹਦਾ ਜਿਹੜਾ ਹੈ ਇਸ ਪ੍ਰਕਾਰ ਜ਼ੋਰ ਪਵਾਵਾਂਗੇ। ਹੁਣ ਉਸ ਦੇ ਤੇਜ ਤੋਂ ਡਰਦੇ ਨੇ, ਡਰਪੋਕ ਜੋ ਹੋਏ। ਤੋ ਅਕਬਰ ਤੋਂ ਡਰਦੇ ਮਾਰੇ ਇਹ ਝੂਠੇ ਹੋਏ ਸਕਲ ਤਿਸ ਕਾਲਾ। ਉਸ ਵੇਲੇ ਸਾਰੇ ਝੂਠੇ ਹੋ ਗਏ। ਸਤਿਗੁਰੂ ਅਮਰਦਾਸ ਦੀ ਬਰਕਤ ਨਾਲ ਰਾਮਦਾਸ ਮਹਾਰਾਜ ਝੂਠੇ ਕਰਤੇ ਕਚਹਿਰੀ ਦੇ ਵਿੱਚ। ਬਾਕ ਨਾ ਕਿਨਹੋ ਉਚਾਰਨ ਕੀਨਾ। ਦੁਬਾਰਾ ਇਹਨਾਂ ਕੋਲ ਹਿੰਮਤ ਹੀ ਨਹੀਂ ਪਈ ਵੀ ਅਸੀਂ ਕੋਈ ਬਚਨ ਉਚਾਰ ਕਰ ਸਕੀਏ, ਸੋ ਗੱਲ ਹੀ ਨਹੀਂ ਕਰ ਸਕੇ ਹਨ। ਉੱਠ ਸਭ ਨੇ ਘਰ ਮਾਰਗ ਲੀਨਾ। ਤੇ ਉੱਠ ਕਰਕੇ ਸਾਰੇ ਕੰਨ ਲਪੇਟ ਕੇ ਘਰਾਂ ਨੂੰ ਤੁਰ ਪਏ ਵੀ ਹੁਣ ਕੀ ਕਰੀਏ, ਇੱਕ ਦੂਜੇ ਮੂੰਹ ਵੱਲ ਦੇਖਦੇ, ਗੱਲ ਕੋਈ ਆਉਂਦੀ ਨਹੀਂ ਹੈ। ਸਾਧ ਸੰਗਤ ਇਹ ਬੰਦਗੀ ਦਾ ਪ੍ਰਤਾਪ, ਜਿੱਥੇ ਗੁਰੂ ਦੀ ਬਖਸ਼ਿਸ਼ ਹੋ ਤਾਂ ਵੱਡੀ ਗੱਲ ਹੈ। ਬਾਬਾ ਜਰਨੈਲ ਸਿੰਘ ਖਾਲਸਾ ਜੀ ਮਹਾਂਪੁਰਖਾਂ ਦੇ ਸਨਮੁਖ ਦੇਖਿਆ ਸੀ। ਸੋ ਕਈ ਬੜਾ ਕੁਛ ਬਾਹਰ ਮਹਾਂਪੁਰਖਾਂ ਦੇ ਖਿਲਾਫ ਗੱਲਾਂ ਬਾਤਾਂ ਕਰਦੇ, ਜਦੋਂ ਸਾਹਮਣੇ ਜਾਂਦੇ ਕਿਸੇ ਦੀ ਸਮਰੱਥਾ ਹੀ ਨਹੀਂ ਸੀ ਮਹਾਂਪੁਰਖਾਂ ਸਾਹਮਣੇ ਬੋਲ ਕੇ ਕੋਈ ਗੱਲ ਕਹਿ ਸਕੇ। ਇਹ ਤਪ ਹੁੰਦਾ ਹੈ, ਪ੍ਰਭਾਵ ਹੁੰਦਾ ਮੇਰੇ ਸਤਿਗੁਰਾਂ ਦਾ, ਬਖਸ਼ਿਸ਼ ਹੈ। ਤੋ ਸਾਹਿਬ ਸਤਿਗੁਰੂ ਜੀ ਤਾਂ ਪਰਮੇਸ਼ਰ ਰੂਪ ਹਨ, ਜਿਸ ਕੇ ਮਸਤਕ ਹੱਥ ਧਰਿਆ ਗੁਰ ਪੂਰੇ ਸੋ ਪੂਰਾ ਹੋਏ। ਜਿਹਦੇ ਸਿਰ ਤੇ ਹੱਥ ਰੱਖ ਦਿੱਤਾ ਪੂਰਨ ਕਰ ਦਿੱਤਾ। ਮੇਰੇ ਸਤਿਗੁਰੂ ਪਾਤਸ਼ਾਹ ਨੇ ਇਉਂ ਕਿਰਪਾ ਕਰਕੇ ਗੁਰੂ ਨਾਨਕ ਦੇ ਘਰ ਦੀ ਵਡਿਆਈ ਵੱਡੀ ਕੀਤੀ ਹੈ। ਇਹ ਜਿਹੜੇ ਇਸ ਪ੍ਰਕਾਰ ਗੁਰੂ ਦੇ ਦਰੋਹੀ ਈਰਖਾਲੂ ਲੋਕ ਸਨ, ਇਹਨਾਂ ਨੂੰ ਝੂਠਾ ਕੀਤਾ ਹਕੂਮਤ ਦੇ ਸਾਹਮਣੇ। ਗੁਰੂ ਘਰ ਦੀ ਜੈ ਜੈਕਾਰ ਹੋਈ। ਉਹ ਭਾਈ ਮੇਰੇ ਸਤਿਗੁਰੂ ਪਾਤਸ਼ਾਹ ਜੀ ਦਾ ਗੁਰਸਿੱਖੀ
ਜਿਹੜੀ ਹੈ ਸਾਨੂੰ ਪ੍ਰਾਪਤ ਹੈ। ਮੇਰੇ ਸਤਿਗੁਰੂ ਕਿਰਪਾ ਕਰਨ, ਅਸੀਂ ਗੁਰੂ ਦੇ ਉੱਤੇ ਪੂਰਾ ਭਰੋਸਾ ਕਰੀਏ, ਗੁਰਸਿੱਖੀ ਮਾਣੀਏ, ਗੁਰੂ ਉਪਦੇਸ਼ ਨੂੰ ਕਮਾ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਆਪੇ ਮੇਲੇ ਦੀਆਂ ਬਰਕਤਾਂ ਦੇ ਪਾਤਰ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਦੇਹੋ ਸੱਜਣ ਅਸੀਸਣੀਆਂ, ਜੋ ਹੋਵੇ ਸਾਹਿਬ ਸਿਓ ਮੇਲ ਦੀ ਦਾਤ ਪ੍ਰਾਪਤ ਹੋਵੇ। ਪਿਖ ਅਕਬਰ ਕੋ ਤੇਜ ਬਿਸਾਲਾ, ਝੂਠੇ ਹੋਏ ਸਕਲ ਤਿਸ ਕਾਲਾ। ਬਾਕ ਨ ਕਿਨਹੂ ਉਚਾਰਨ ਕੀਨਾ, ਉਠ ਸਭ ਨੇ ਘਰ ਮਾਰਗ ਲੀਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।